ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਆ ਤਾਤ ਅੰਗਦ ਭਇਓ ਤਤ ਸਿਉ ਤਤ ਮਿਲਾਇਆ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਆ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਆ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖਹੁ ਨੈਣ। ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੁ ਸੁਣੈ ਜਿਉ ਕਾਲ ਕਿਰਪਾ ਕਰਾਇ।
ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੁਖ ਸਾਂਦ ਘਰ ਆਇਆ, ਨਿੰਦਕ ਕੈ ਮੁਖ ਛਾਇਆ। ਸੁਖ ਸਾਂਦ ਘਰ ਆਇਆ, ਨਿੰਦਕ ਕੈ ਮੁਖ ਛਾਇਆ। ਪੂਰੈ ਗੁਰ ਪਹਿਰਾਇਆ, ਬਿਨਸੇ ਦੁਖ ਸਬਾਇਆ। ਸੰਤੋ ਸਾਚੇ ਕੀ ਵਡਿਆਈ, ਜਿਨ ਅਚਰਜ ਸੋਭ ਬਣਾਈ। ਰਹਾਉ ਬੋਲੇ ਸਾਹਿਬ ਕੈ ਭਾਣੈ, ਦਾਸ ਬਾਣੀ ਬ੍ਰਹਮ ਵਖਾਣੈ। ਨਾਨਕ ਪ੍ਰਭ ਸੁਖ ਦਾਈ, ਜਿਨ ਪੂਰੀ ਬਣਤ ਬਣਾਈ। ਨਾਨਕ ਪ੍ਰਭ ਸੁਖ ਦਾਈ, ਜਿਨ ਪੂਰੀ ਬਣਤ ਬਣਾਈ। ਸੋਰਠ ਮਹੱਲਾ ਪੰਜਵਾ। ਸੁਖ ਸਾਂਦ ਘਰ ਆਇਆ, ਨਿੰਦਕ ਕੈ ਮੁਖ ਛਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਸਮੇਂ ਨੂੰ ਸਫਲਾ ਬਣਾ ਰਹੇ ਹਾਂ। ਜਿਵੇਂ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਹੈ, ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਗੁਰਸਿੱਖਾਂ ਪਾਸੋਂ ਪ੍ਰਕਾਸ਼ ਹੋਏ ਹਨ। ਉਸ ਤੋਂ ਉਪਰੰਤ ਪਾਵਨ ਗੁਰਬਾਣੀ ਦੇ ਨਿਤਨੇਮ ਪੜ੍ਹੇ ਸੁਣੇ ਗਏ ਹਨ।
ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਉਸ ਦੇ ਵਿੱਚੋਂ ਆਪ ਜੀ ਨੇ ਗੁਰਬਾਣੀ ਦੇ ਸ਼ਬਦ ਦੇ ਪਾਠ ਨੂੰ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਕਥਾ ਜੋ ਕਿ ਸੱਚਖੰਡ ਵਾਸੀ ਸੰਤ ਗਿਆਨੀ ਦੀਦਾਰ ਸਿੰਘ ਜੀ ਹਾਂਸਪੁਰ ਵਾਲੇ ਮਹਾਂਪੁਰਸ਼ ਉਹਨਾਂ ਵੱਲੋਂ ਸ਼ੁਰੂ ਕੀਤੀ ਹੋਈ, ਹੁਣ ਨਗਰਾਂ ਦੇ ਅੰਦਰ ਵਿਚਰ ਕੇ ਪਾਵਨ ਗੁਰਬਾਣੀ ਦੀ ਨਿਰੋਲ ਕਥਾ ਵਿਚਾਰ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਸਤਿਕਾਰਯੋਗ ਬਾਬਾ ਗੁਰਮੇਲ ਸਿੰਘ ਜੀ, ਜਿਨ੍ਹਾਂ ਦੇ ਉਦਮ ਸਦਕਾ, ਸਤਿਗੁਰਾਂ ਦੀ ਪ੍ਰੇਰਨਾ ਸਦਕਾ ਇਸ ਨਗਰ ਦੇ ਅੰਦਰ ਇਹ ਕਥਾ ਦੇ ਪ੍ਰੋਗਰਾਮ ਰੱਖੇ ਗਏ ਹਨ। ਸੋ ਸਤਿਗੁਰੂ ਜੀ ਸਾਡੇ ਉੱਪਰ ਮਹਾਨ ਕਿਰਪਾ ਕਰਨ, ਆਪਾਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਗੁਰਸਿੱਖਾਂ ਦੇ ਤਾਈਂ ਇੱਕ ਬਚਨ ਉਚਾਰਨ ਕੀਤਾ ਹੈ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਸਬਦੂ ਭਾਗ ਵੱਡੇ ਗੁਰ ਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤਿਆ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਹਰੇਕ ਮਨੁੱਖ ਚਾਹੁੰਦਾ ਹੈ ਕਿ ਉਹਦੇ ਭਾਗ ਬੜੇ ਵੱਡੇ ਅਤੇ ਬੜੇ ਉੱਤਮੀ ਹੋਣ, ਚੰਗੇ ਭਾਗ ਹੋਣ। ਚੰਗੇ ਭਾਗਾਂ ਦੀ ਹਰੇਕ ਮਨੁੱਖ ਕਾਮਨਾ ਕਰਦਾ ਹੈ, ਇੱਛਾ ਕਰਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਸਭ ਤੋਂ ਵੱਡੇ ਭਾਗ ਜੇ ਕਿਸੇ ਦੇ ਹਨ ਤੇ ਉਹ ਗੁਰੂ ਕਿਆਂ ਸਿੱਖਾਂ ਦੇ ਹਨ, ਜਿਹੜੇ ਹਰ ਰੋਜ਼ ਅੰਮ੍ਰਿਤ ਵੇਲੇ ਸ਼ਾਮ ਦੇ ਸਮੇਂ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਆ ਕੇ ਗੁਰੂ ਦੇ ਚਰਨੀ ਲੱਗਦੇ ਹਨ। ਇਸ ਕਰਕੇ ਸਤਿਗੁਰਾਂ ਨੇ ਸਾਡੇ 'ਤੇ ਮਹਾਨ ਕਿਰਪਾ ਕੀਤੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ 10ਵੇਂ ਜਾਮੇ ਤੱਕ, ਫਿਰ 10ਵੇਂ ਸਰੂਪ ਦੇ ਅੰਦਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਜੁਗੋ ਜੁਗ ਅਟਲ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਸਾਨੂੰ ਲਾਇਆ। ਤੇ ਨਾਲ ਸਤਿਗੁਰਾਂ ਨੇ ਇਹ ਹੁਕਮ ਕੀਤੇ ਕਿ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੈ, ਖੋਜ ਸ਼ਬਦ ਮਹਿਲੇ। ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਕਿਸੇ ਨੇ ਪਰਮੇਸ਼ਰ ਦੇ ਨਾਲ ਮਿਲਣ ਦੀ ਇੱਛਾ ਹੈ, ਜੇ ਕਿਸੇ ਦੇ ਅੰਦਰ ਰੱਬ ਨੂੰ ਪਾਉਣ ਦੀ ਚਾਹਨਾ ਹੈ, ਤੇ ਉਹ ਪਾਵਨ ਗੁਰਬਾਣੀ ਦੇ ਸ਼ਬਦ ਦੀ ਖੋਜ ਕਰੇ। ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕੀਤੇ ਹਨ ਕਿ ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਇਸੇ ਪ੍ਰਕਾਰ ਬਚਨ ਹਨ, ਸਭ ਸੈ ਉੱਪਰ ਗੁਰ ਸ਼ਬਦ ਵਿਚਾਰ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ ਕੰਠੋਂ ਬਾਣੀ ਉਚਾਰਨ ਕਰਕੇ ਫਿਰ ਇਸ ਪਾਵਨ ਗੁਰਬਾਣੀ ਦੇ ਅਰਥ ਸਿੰਘਾਂ ਦੇ ਤਾਈਂ ਸਰਵਣ ਕਰਵਾ ਕੇ ਅੱਗੇ ਟਕਸਾਲਾਂ ਦੀ ਆਰੰਭਤਾ ਕੀਤੀ। ਇਹ ਸਤਿਗੁਰਾਂ ਦੀ ਮਹਾਨ ਕਿਰਪਾ, ਮਹਾਨ ਦੇਣ ਹੈ, ਜੋ ਅੱਗੇ ਤੋਂ ਅੱਗੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਚੱਲਦੀ ਆ ਰਹੀ ਹੈ। ਸੋ ਸਾਡੇ ਉੱਤੇ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਆਓ ਕੁਝ ਕੁ ਦਿਨ, ਜਿੰਨੇ ਦਿਨ ਇਹ ਪ੍ਰੋਗਰਾਮ ਬਣਿਆ ਹੈ,
ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਇਸ ਨੂੰ ਸਰਵਣ ਕਰਕੇ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ ਆਪਣੇ ਉੱਤਮ ਭਾਗ, ਵੱਡੇ ਭਾਗ ਜੋ ਸਤਿਗੁਰਾਂ ਨੇ ਦੱਸੇ ਹਨ ਉਹਨਾਂ ਨੂੰ ਬਣਾਉਣਾ ਕਰੀਏ। ਜਿਸ ਪਾਵਨ ਸ਼ਬਦ ਦੇ ਪਾਠ ਨੂੰ ਆਪਾਂ ਸਰਵਣ ਕੀਤਾ ਹੈ, ਇਹ ਪਾਵਨ ਪਵਿੱਤਰ ਕਥਾ ਸੋਰਠ ਰਾਗ ਦੇ ਅੰਦਰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ 629 ਅੰਗ ਤੇ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਨਾਮ ਬਾਣੀ ਕੇ ਬੋਹਿਥ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਇਹ ਕਥਾ ਚੱਲ ਰਹੀ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸਿੱਖਿਆ ਬਖਸ਼ਿਸ਼ ਕਰਦੇ ਹਨ। ਇਹ ਜੋ ਪਾਵਨ ਪਵਿੱਤਰ ਸ਼ਬਦ ਹਨ, ਇਹਨਾਂ ਸ਼ਬਦਾਂ ਦੀ ਉਥਾਨਕਾ ਹੈ। ਉਥਾਨਕਾ ਉਸ ਚੀਜ਼ ਨੂੰ ਆਖਿਆ ਜਾਂਦਾ ਹੈ ਕਿ ਇਹ ਜਿਹੜੇ ਸ਼ਬਦ ਹਨ ਪਾਵਨ ਗੁਰਬਾਣੀ ਦੇ, ਸਤਿਗੁਰਾਂ ਨੇ ਕਦੋਂ ਤੇ ਕੀ ਕਾਰਨ ਬਣਿਆ ਤੇ ਉਚਾਰਨ ਕੀਤੇ, ਉਸ ਨੂੰ ਉਥਾਨਕਾ ਆਖਿਆ ਜਾਂਦਾ ਕਿ ਸਤਿਗੁਰਾਂ ਨੇ ਇਹ ਸ਼ਬਦ ਕੀ ਸਬੱਬ ਬਣਿਆ, ਕੀ ਕਾਰਨ ਬਣਿਆ, ਇਹ ਸ਼ਬਦ ਉਚਾਰਨ ਕੀਤੇ। ਕਿਉਂਕਿ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਜਿਵੇਂ ਬਚਨ ਆਉਂਦੇ ਹਨ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਕਿਸੇ ਪ੍ਰਥਾ ਨੂੰ ਲੈ ਕੇ, ਕਿਸੇ ਕਾਰਨ ਨੂੰ ਲੈ ਕੇ, ਸਬੱਬ ਨੂੰ ਲੈ ਕੇ ਸਤਿਗੁਰੂ ਜੀ ਪਾਵਨ ਗੁਰਬਾਣੀ ਉਚਾਰਨ ਕਰਦੇ। ਉਪਦੇਸ਼ ਜਿਹੜਾ ਉਹ ਸਭ ਦੇ ਲਈ ਸਾਂਝਾ ਹੁੰਦਾ। ਇਹ ਜਿਹੜੇ ਸ਼ਬਦ ਹਨ, ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵਡਾਲੀ ਸਾਹਿਬ ਦੇ ਅੰਦਰ ਰਹੇ ਸਨ, ਤਕਰੀਬਨ 1.5-2 ਸਾਲ, ਉੱਥੇ ਹੀ ਫਿਰ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ। ਜਦੋਂ ਅਵਤਾਰ ਤੋਂ ਬਾਅਦ ਸਤਿਗੁਰੂ ਜੀ ਪਾਵਨ ਪਵਿੱਤਰ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਉਸ ਪਹੁੰਚਣ 'ਤੇ ਗੁਰੂ ਕੀਆਂ ਸੰਗਤਾਂ, ਗੁਰੂ ਕੀਆਂ ਸਿੱਖਾਂ ਨੇ ਕੁਝ ਬੇਨਤੀਆਂ ਕੀਤੀਆਂ ਕਿ ਮਹਾਰਾਜ ਤੁਸੀਂ 2 ਸਾਲ ਅੰਮ੍ਰਿਤਸਰ ਸਾਹਿਬ ਤੋਂ ਥੋੜ੍ਹਾ ਹਟਵੇਂ ਗੁਰੂ ਕੀ ਵਡਾਲੀ ਜੋ ਅਸਥਾਨ ਹੈ ਉੱਥੇ ਰਹੇ ਹੋ, ਉੱਥੇ ਕਿਵੇਂ ਤੁਹਾਡੇ 2 ਸਾਲ ਬਤੀਤ ਹੋਏ, ਸੁੱਖ ਸ਼ਾਂਤੀ ਦੇ ਨਾਲ ਲੰਘੇ। ਕਿਉਂਕਿ ਜਿਹੜਾ ਉਸ ਸਮੇਂ ਗੁਰੂ ਘਰ ਦੇ ਹੀ ਅੰਦਰ ਸਤਿਗੁਰਾਂ ਦਾ ਵੱਡਾ ਭਰਾਤਾ ਪ੍ਰਿਥੀ ਚੰਦ ਜੀ ਸੀ, ਉਹਨਾਂ ਨੇ ਬੜੀ ਈਰਖਾ ਅਤੇ ਵਿਰੋਧਤਾ ਕੀਤੀ ਸੀ। ਕਾਰਨ ਇਹ ਸੀ ਕਿ ਗੁਰਤਾ ਗੱਦੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਅਤੇ ਇਹ ਚਾਹੁੰਦਾ ਸੀ ਕਿ ਮੈਂ ਵੱਡਾ ਹਾਂ, ਹੱਕ ਮੇਰਾ ਬਣਦਾ। ਪਰ ਇਹ ਇਲਾਹੀ ਦਾਤ ਹੈ, ਇਹ ਅਗੰਮੀ ਦਾਤ ਹੈ, ਇਹ ਜਿਸ ਦੀ ਝੋਲੀ ਦੇ ਵਿੱਚ ਆਉਣੀ ਹੈ ਉੱਥੇ ਹੀ ਆਉਣੀ ਸੀ। ਉਸ ਪ੍ਰਕਾਰ ਫਿਰ ਇਹਨੇ ਸਰਕਾਰੇ ਦਰਬਾਰੇ ਵੀ ਆਪਦੀ ਪਹੁੰਚ ਕੀਤੀ, ਪਰ ਇਹਦੇ ਕੋਈ ਵਾਹ ਪੇਸ਼ ਨਹੀਂ ਗਈ। ਤਾਂ ਸਤਿਗੁਰੂ ਜੀ ਉੱਥੋਂ 2 ਸਾਲ ਹਟਵੇਂ ਲਾਂਭੇ ਹੋ ਗਏ ਕਿ ਚਲੋ ਕੁਝ ਸਮਾਂ ਉੱਥੇ ਲੰਘ ਜਾਏਗਾ, ਸਮਾਂ ਜਿਹੜਾ ਟਲ ਜਾਏਗਾ। ਜਦੋਂ ਫਿਰ ਸਤਿਗੁਰੂ ਜੀ ਇੱਥੇ ਪਹੁੰਚੇ ਸਨ ਅੰਮ੍ਰਿਤਸਰ ਸਾਹਿਬ, ਉਸ ਸਮੇਂ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਜਿਹੜੇ ਉਚਾਰਨ ਕੀਤੇ ਸਨ। ਸੋ ਇਹਨਾਂ ਸ਼ਬਦਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਸਰਵਣ ਕਰੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਸੁਖ ਸਾਂਦ ਘਰ ਆਇਆ, ਨਿੰਦਕ ਕੈ ਮੁਖ ਛਾਇਆ। ਸੋਰਠ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਉਚਾਰਨ ਕਰਦੇ ਹਨ। ਸਿੱਖਾਂ ਨੇ ਪੁੱਛਿਆ, ਮਹਾਰਾਜ ਸੁਖ ਸ਼ਾਂਤੀ ਰਹੀ ਹੈ? ਤਾਂ ਸਤਿਗੁਰੂ ਜੀ ਕਹਿੰਦੇ, ਸੁਖ ਸਾਂਦ ਘਰ ਆਇਆ, ਨਿੰਦਕ ਕੈ ਮੁਖ ਛਾਇਆ। ਕਿ ਅਸੀਂ ਭਾਈ ਸੁਖ ਸ਼ਾਂਤੀ ਦੇ ਸਹਿਤ ਹੁਣ ਆਪਣੇ ਘਰ ਅੰਮ੍ਰਿਤਸਰ ਸਾਹਿਬ ਦੇ ਅੰਦਰ ਆ ਗਏ ਹਾਂ। ਜਿਹੜੇ ਕੋਈ ਗੁਰੂ ਘਰ ਦੇ ਨਿੰਦਕ ਸਨ, ਵਿਰੋਧੀ ਸਨ, ਉਹਨਾਂ ਦੇ ਮੁਖ 'ਤੇ ਛਾਇਆ ਕਹੀਏ ਸਵਾਹ ਪੈ ਗਈ ਹੈ। ਉਹਨਾਂ ਦੇ ਸਾਰੇ ਯਤਨ ਜਿਹੜੇ ਸਨ ਉਹ ਵਿਅਰਥ ਹੋ ਗਏ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਜੀਵ ਪਰਮੇਸ਼ਰ ਦੇ ਨਾਲ ਜੁੜਦਾ ਹੈ, ਜਦੋਂ ਜੀਵ ਪਰਮਾਤਮਾ ਦੀ ਬੰਦਗੀ ਕਰਦਾ ਹੈ, ਆਪਾਂ ਆਮ ਅਰਦਾਸਾਂ ਕਰਾਉਂਦੇ ਹਾਂ ਕਿ ਘਰ ਦੇ ਅੰਦਰ ਸੁੱਖ ਸ਼ਾਂਤੀ ਹੋਵੇ। ਸੁੱਖ ਸ਼ਾਂਤੀ ਦੀ ਅਰਦਾਸ ਆਪਾਂ ਗੁਰੂ ਅੱਗੇ ਕਰਾਉਂਦੇ ਹਾਂ। ਸਤਿਗੁਰੂ ਜੀ ਕਹਿੰਦੇ ਪ੍ਰਤੱਖ ਰੂਪ ਦੇ ਅੰਦਰ ਵੀ ਉਹਨਾਂ ਦੇ ਘਰ ਦੇ ਅੰਦਰ ਸੁੱਖ ਸ਼ਾਂਤੀ ਆ ਜਾਂਦੀ ਹੈ। ਜਿਹੜੇ ਕੋਈ ਨਿੰਦਿਆ ਕਰਨ ਵਾਲੇ ਲੋਕ ਹਨ, ਵਿਰੋਧੀ ਲੋਕ ਹਨ, ਉਹ ਵੀ ਜਿਹੜੇ ਹੈ ਉਹਨਾਂ ਦੇ ਯਤਨ ਵੀ ਵਿਅਰਥ ਹੋ ਜਾਂਦੇ ਹੈ ਜਦੋਂ ਕੋਈ ਗੁਰੂ ਦੀ ਓਟ 'ਤੇ ਆਸਰਾ ਲੈ ਲੈਂਦਾ ਹੈ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਸਾਡਾ ਅਸਲੀ ਜਿਹੜਾ ਘਰ ਹੈ, ਅਸਲੀ ਘਰ ਕੀ ਹੈ ਸਾਡਾ? ਨਾਨਕ ਬੱਧਾ ਘਰ ਤਹਾਂ, ਜਿੱਥੈ ਮਿਰਤ ਨਾ ਜਨਮ ਜਰਾ। ਸਾਡਾ ਅਸਲੀ ਘਰ ਸਤਿਗੁਰੂ ਜੀ ਕਹਿੰਦੇ ਉਹ ਹੈ ਜਿੱਥੇ ਨਾ ਜਨਮ ਹੁੰਦਾ, ਫਿਰ ਨਾ ਮੌਤ ਹੁੰਦੀ ਹੈ, ਨਾ ਕੋਈ ਵਡੇਪੇ ਦਾ ਰੋਗ ਆ ਕੇ ਲੱਗਦਾ ਹੈ, ਕੋਈ ਦੁੱਖ ਨਹੀਂ। ਜਿੱਥੇ ਉਹ ਅਸਲੀ ਘਰ ਹੈ, ਉਸ ਘਰ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਆਤਮਿਕ ਸੁੱਖ ਦੇ ਸਹਿਤ ਹੋ ਕੇ ਤੇ ਜਿਹੜੀ ਮਨ ਦੀ ਸ਼ਾਂਤੀ ਹੈ ਉਹਦੇ ਸਹਿਤ ਹੋ ਕੇ ਜੀਵ ਵਸ ਜਾਂਦਾ ਹੈ। ਜਿਹੜੇ ਨਿੰਦਕ ਹਨ ਉਹਨਾਂ ਦੇ ਮੁਖ 'ਤੇ ਛਾਇਆ ਕਹੀਏ ਸਵਾਹ ਪੈ ਜਾਂਦੀ ਹੈ। ਜਿਹੜੇ ਕੋਈ ਸਾਡੇ ਮਨ ਦੇ ਅੰਦਰ ਵਿਕਾਰ ਪੈਦਾ ਕਰਨ ਵਾਲੇ ਲੋਕ ਹਨ, ਜਾਂ ਜਿਹੜੇ ਪਦਾਰਥ ਹਨ, ਇਹ ਸੰਸਾਰੀ ਪਦਾਰਥ ਜਿਹੜੇ ਆ ਸਾਡੇ ਮਨ ਦੀ ਦਸ਼ਾ ਨੂੰ ਵਿਗਾੜਦੇ ਹੈ। ਇਹ ਵੀ ਸਾਰੇ ਜਿਹੜੇ ਹਨ ਉਹ ਇਹਨਾਂ ਦੇ ਵੀ ਯਤਨ ਵਿਅਰਥ ਹੋ ਜਾਂਦੇ ਹਨ। ਜਦੋਂ ਕੋਈ ਆਪਣੇ ਅਸਲੀ ਘਰ ਦੇ ਅੰਦਰ ਨਾਮ ਬਾਣੀ ਦੁਆਰਾ ਪਹੁੰਚ ਜਾਂਦਾ ਹੈ, ਪੂਰਾ ਗੁਰ ਪਹਿਰਾਇਆ, ਬਿਨਸੇ ਦੁੱਖ ਸਬਾਇਆ। ਸਤਿਗੁਰੂ ਜੀ ਕਹਿੰਦੇ ਪੂਰੇ ਗੁਰਾਂ ਨੇ ਪਹਿਰਾਇਆ ਤੋਂ ਭਾਵ ਕੇ ਸਰੋ ਪਾਓ, ਜੋ ਬਖਸ਼ਿਸ਼ ਹੈ ਉਹ ਸਾਡੇ ਉੱਤੇ ਕਰ ਦਿੱਤੀ ਹੈ। ਕਾਹਦੀ ਬਖਸ਼ਿਸ਼ ਕਰ ਦਿੱਤੀ ਹੈ? ਪ੍ਰੇਮਾ ਭਗਤੀ ਦੀ। ਇਸੇ ਪ੍ਰਕਾਰ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਤਿਗੁਰੂ ਜੀ ਕਹਿੰਦੇ ਸਾਡੇ ਉੱਤੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ ਹੈ। ਇਹ ਪੂਰੇ ਗੁਰਾਂ ਨੇ ਇਹ ਬਖਸ਼ਿਸ਼ ਕਰ ਦਿੱਤੀ ਹੈ। ਬਿਨਸੇ ਦੁੱਖ ਸਬਾਇਆ, ਜਿੰਨੇ ਜਿਹੜੇ ਦੁੱਖ ਸਨ ਉਹ ਸਾਰੇ ਹੀ ਨਾਸ ਹੋ ਗਏ ਹੈ। ਸਭ ਤਰ੍ਹਾਂ ਕਰਕੇ ਸੁੱਖ ਦੀ ਪ੍ਰਾਪਤੀ ਹੋਈ ਹੈ। ਸੰਤੋ ਸਾਚੇ ਕੀ ਵਡਿਆਈ, ਜਿਨ ਅਚਰਜ ਸੋਭ ਬਣਾਈ। ਸਤਿਗੁਰੂ ਜੀ ਕਹਿੰਦੇ ਹਨ, ਹੇ ਸੰਤੋ, ਸ਼ਾਂਤ ਚਿੱਤ ਮਹਾਤਮਾ ਜਨੋ, ਇਹ ਸੱਚੇ ਗੁਰੂ ਦੀ ਹੀ ਵਡਿਆਈ ਹੈ ਕਿ ਜਿਨ ਅਚਰਜ ਸੋਭ ਬਣਾਈ, ਜਿਸ ਗੁਰੂ ਨੇ ਅਚਰਜੀ ਸੋਭਾ ਜਿਹੜੀ ਆ ਉਹ ਬਣਾ ਦਿੱਤੀ ਹੈ। ਜਿਸ ਸੋਭਾ ਵਰਗੀ ਸੰਸਾਰ ਦੇ ਅੰਦਰ ਹੋਰ ਕੋਈ ਸੋਭਾ ਨਹੀਂ। ਸਭ ਤੋਂ ਵੱਡੀ ਸੋਭਾ ਹੈ ਨਾਮ ਦੀ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਇਸ ਯੁੱਗ ਮਹਿ ਸੋਭਾ ਨਾਮ ਕੀ, ਬਿਨ ਨਾਵੈ ਸੋਭ ਨਾ ਹੋਏ। ਨਾਮ ਦੀ ਸੋਭਾ ਐਸੀ ਉੱਤਮ ਤੇ ਵੱਡੀ ਹੈ, ਜਿਹੜਾ ਨਾਮ ਨੂੰ ਜਪਣ ਲੱਗ ਜਾਂਦਾ ਉਹਦੀ ਵੀ ਸੋਭਾ ਹੋ ਜਾਂਦੀ ਹੈ। ਭਗਤਾਂ ਦੇ ਜੀਵਨ ਦੇਖ ਲਓ, ਇਸੇ ਪ੍ਰਕਾਰ ਗੁਰੂ ਕਿਆ ਸਿੱਖਾਂ ਦੇ ਜੀਵਨ ਦੇਖੋ, ਗੁਰੂ ਕਿਆ ਸਿੰਘਾਂ ਦੇ ਜੀਵਨ ਦੇਖੋ, ਰੱਬ ਦੇ ਪਿਆਰਿਆਂ ਬੰਦਗੀ ਕਰਨ ਵਾਲਿਆਂ ਸਾਧੂਆਂ ਸੰਤਾਂ ਦੇ ਜੀਵਨ ਵੇਖੋ। ਸਾਰਿਆਂ ਦੇ ਜੀਵਨ ਦੇ ਵਿੱਚ ਜੇ ਕਮਾਈ ਹੈ ਤੇ ਉਹ ਇੱਕੋ ਨਾਮ ਦੀ ਹੈ। ਜਿਨ੍ਹੇ ਜਿਨ੍ਹੇ ਨਾਮ ਦੀ ਕਮਾਈ ਕੀਤੀ ਉਹਦੀ ਸੋਭਾ ਸਤਿਗੁਰੂ ਜੀ ਕਹਿੰਦੇ ਅਸਚਰਜ ਤੋਂ ਅਸਚਰਜ ਹੀ ਹੋ ਗਈ।
ਉਹਦੀ ਵਡਿਆਈ ਜਿਹੜੀ ਹੈ ਉਹ ਵੀ ਸੱਚੀ ਹੋ ਗਈ, ਸੋਭਾ ਵੀ ਉਹਦੀ ਅਸਚਰਜ ਦੁਨੀਆ ਨਾਲੋਂ ਵੱਖਰੀ ਬਣ ਗਈ। ਰਹਾਉ ਬੋਲੇ ਸਾਹਿਬ ਕੈ ਭਾਣੈ, ਦਾਸ ਬਾਣੀ ਬ੍ਰਹਮ ਵਖਾਣੈ। ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਅਸੀਂ ਬੋਲਦੇ ਹਾਂ ਪਰਮੇਸ਼ਰ ਦੇ ਭਾਣੇ ਦੇ ਵਿੱਚ, ਸਾਹਿਬ ਕੇ ਭਾਣੈ। ਜਿੱਦਾਂ ਦਾ ਉਹ ਭਾਣਾ ਹੁੰਦਾ ਪਰਮੇਸ਼ਰ ਦਾ, ਉਹਦੇ ਭਾਣੇ ਦੇ ਅਨੁਸਾਰ ਹੀ ਅਸੀਂ ਬੋਲਦੇ ਹਾਂ। ਬੋਲਾਇਆ ਬੋਲੀ ਤੇਰਾ, ਇਸੇ ਪ੍ਰਕਾਰ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ। ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਸਤਿਗੁਰੂ ਜੀ ਕਹਿੰਦੇ ਜੋ ਅਸੀਂ ਪਾਵਨ ਗੁਰਬਾਣੀ ਉਚਾਰਨ ਕੀਤੀ ਹੈ, ਇਹ ਪਰਮੇਸ਼ਰ ਦੇ ਹੁਕਮ ਦੇ ਅੰਦਰ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੀ ਬਚਨ ਕਰਦੇ ਹਨ ਕਿ ਇਹ ਪਾਵਨ ਗੁਰਬਾਣੀ ਜਿੱਦਾਂ ਉਹ ਪਰਮੇਸ਼ਰ ਦਾ ਹੁਕਮ ਹੁੰਦਾ ਉਵੇਂ ਅਸੀਂ ਬੋਲਦੇ ਹਾਂ। ਦਾਸ ਬਾਣੀ ਬ੍ਰਹਮ ਵਖਾਣੈ, ਇਹ ਨਿਰੋਲ ਬ੍ਰਹਮ ਦੀ ਵਿਚਾਰ ਹੈ, ਇਹ ਨਿਰੋਲ ਰੱਬ ਦੀ ਬੰਦਗੀ ਦੀਆਂ ਗੱਲਾਂ ਹਨ। ਇਹ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਸ ਦਾ ਅਸੀਂ ਵਖਿਆਨ ਕਰਦੇ ਹਾਂ। ਨਾਨਕ ਪ੍ਰਭ ਸੁਖਦਾਈ, ਜਿਨ ਪੂਰੀ ਬਣਤ ਬਣਾਈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਦੇ ਹਨ, ਜੋ ਪ੍ਰਭੂ ਪਰਮੇਸ਼ਰ ਹੈ ਉਹ ਸੁਖਦਾਈ, ਸੁੱਖਾਂ ਨੂੰ ਦੇਣ ਵਾਲਾ ਹੈ। ਜਿੰਨੇ ਸੁੱਖ ਹਨ ਉਹ ਸਾਨੂੰ ਪਰਮੇਸ਼ਰ ਤੋਂ ਹੀ ਪ੍ਰਾਪਤ ਹੁੰਦੇ ਹੈ। ਜਿਨ ਪੂਰੀ ਬਣਤ ਬਣਾਈ, ਜਿਸ ਪਰਮੇਸ਼ਰ ਨੇ ਇਹ ਜਿੰਨੀ ਬਣਤਰ ਆਪਾਂ ਦੇਖਦੇ ਹਾਂ ਸੰਸਾਰ ਦੇ ਅੰਦਰ, ਤਰ੍ਹਾਂ ਤਰ੍ਹਾਂ ਦੇ ਜੀਵ ਹਨ, ਤਰ੍ਹਾਂ ਤਰ੍ਹਾਂ ਦੇ ਪੰਛੀ ਹਨ। ਜਿਵੇਂ ਮੋਰ ਪੰਛੀ ਹੈ, ਮੋਰ ਦੇ ਖੰਭ ਆਪਾਂ ਵੇਖਦੇ ਹਾਂ, ਉਹਨਾਂ ਦੇ ਵਿੱਚ ਕਿੰਨੇ ਸੁੰਦਰ ਰੰਗ, ਕਿੰਨੀਆਂ ਕਲਾਕ੍ਰਿਤੀਆਂ। ਇਹ ਸਾਰੀ ਬਣਤਰ ਉਹ ਪਰਮੇਸ਼ਰ ਹੀ ਬਣਾਉਣ ਵਾਲਾ, ਜਿਹਨੇ ਸਾਡੇ ਸਰੀਰ ਦੀ ਬਣਤਰ ਬਣਾਈ, ਸਾਨੂੰ ਸੁੰਦਰ ਸਰੂਪ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਕਹਿੰਦੇ ਸਾਰੀ ਬਣਤ ਨੂੰ, ਬਨਾਵਟ ਨੂੰ ਬਣਾਉਣ ਵਾਲਾ ਜੋ ਪਰਮੇਸ਼ਰ ਵਾਹਿਗੁਰੂ ਹੈ, ਉਹੀ ਸਾਰੇ ਸੁੱਖਾਂ ਦਾ ਦਾਤਾ ਹੈ, ਉਹੀ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ। ਸੋਰਠ ਮਹੱਲਾ ਪੰਜਵਾ। ਪ੍ਰਭ ਆਪਣਾ ਹਿਰਦੈ ਧਿਆਏ, ਘਰ ਸਹੀ ਸਲਾਮਤ ਆਏ। ਸਤਿਗੁਰੂ ਜੀ ਅਗਲਾ ਸ਼ਬਦ ਵੀ ਉਸੇ ਪ੍ਰਕਰਨ ਦੇ ਅਨੁਸਾਰ ਉਚਾਰਨ ਕਰਦੇ ਹਨ ਕਿ ਅਸੀਂ ਆਪਣੇ ਪ੍ਰਭੂ ਪਰਮੇਸ਼ਰ ਨੂੰ ਹਿਰਦੇ 'ਚ ਧਿਆਇਆ ਹੈ। ਇਸ ਸੰਸਾਰ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਤੋਂ ਬਿਨਾਂ, ਗੁਰੂ ਤੋਂ ਬਿਨਾਂ, ਨਾਮ ਤੋਂ ਬਿਨਾਂ ਹੋਰ ਕੁਝ ਵੀ ਸਾਡਾ ਆਪਣਾ ਨਹੀਂ। ਜਿਹਦੇ ਤੇ ਵੀ ਅਸੀਂ ਅਪਣੱਤ ਕਰਦੇ ਹਾਂ ਕਿ ਇਹ ਮੇਰਾ ਹੈ, ਇਹ ਮੇਰੀ ਚੀਜ਼ ਹੈ, ਸਤਿਗੁਰੂ ਜੀ ਕਹਿੰਦੇ ਉਹ ਸਭ ਕੁਝ ਹੀ ਤੇਰਾ ਯਤਨ ਜਿਹੜੇ ਵਿਅਰਥ ਹੈ। ਤੇਰਾ ਜੇ ਕੋਈ ਹੈ ਤੇ ਉਹ ਪ੍ਰਭੂ ਪਰਮੇਸ਼ਰ ਤੇ ਗੁਰੂ ਤੇ ਨਾਮ ਹੈ। ਉਹਦੇ ਤੋਂ ਬਿਨਾਂ ਸੰਸਾਰ ਦੇ ਅੰਦਰ ਤੇਰਾ ਕੁਝ ਵੀ ਆਪਣਾ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅਸੀਂ ਆਪਣੇ ਪ੍ਰਭੂ ਨੂੰ ਹਿਰਦੇ ਦੇ ਅੰਦਰ ਧਿਆਇਆ ਹੈ। ਉਹ ਪ੍ਰਭੂ ਨੂੰ ਹਿਰਦੇ 'ਚ ਜਦੋਂ ਅਸੀਂ ਧਿਆਇਆ, ਘਰ ਸਹੀ ਸਲਾਮਤ ਆਏ। ਅਸੀਂ ਆਪਣੇ ਪ੍ਰਤੱਖ ਅੰਮ੍ਰਿਤਸਰ ਸਾਹਿਬ ਘਰ ਦੇ ਅੰਦਰ ਸਹੀ ਸਲਾਮਤ ਆ ਗਏ। ਇਸੇ ਪ੍ਰਕਾਰ ਅਸੀਂ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਸਹੀ ਤੇ ਸਲਾਮਤ ਸਥਿਤੀ ਦੇ ਸਹਿਤ ਹੋ ਕੇ ਟਿਕ ਗਏ ਹਾਂ। ਸੰਤੋਖ ਭਇਆ ਸੰਸਾਰੇ, ਗੁਰ ਪੂਰੈ ਲੈ ਤਾਰੇ। ਸਤਿਗੁਰੂ ਜੀ ਕਹਿੰਦੇ ਹੁਣ ਜਿੰਨੇ ਸੰਸਾਰ ਦੇ ਪਦਾਰਥ ਹਨ, ਇਹਨਾਂ ਵੱਲੋਂ ਸੰਤੋਖ ਆ ਗਿਆ, ਸੰਤੁਸ਼ਟੀ ਆ ਗਈ। ਪੂਰੇ ਗੁਰੂ ਨੇ ਆਪਣੀ ਸ਼ਰਨ ਦੇ ਵਿੱਚ ਲੈ ਕੇ ਸਾਨੂੰ ਤਾਰ ਦਿੱਤਾ। ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਜਿਹੜੇ ਸੰਸਾਰ ਦੇ ਪਦਾਰਥ ਹਨ, ਇਹਨਾਂ ਵੱਲੋਂ ਸੰਤੋਖ ਹੋਣਾ, ਸੰਤੋਖ ਜਿਹੜਾ ਹੈ ਇਹ ਸਭ ਤੋਂ ਉੱਤਮ ਗੁਣ ਹੈ। ਸਬਰ ਤੇ ਸੰਤੋਖੀ ਹੋਣਾ। ਜਿਵੇਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਬਚਨ ਕਰਦੀ ਹੈ, ਬਿਨ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਸਤਿਗੁਰੂ ਜੀ ਕਹਿੰਦੇ ਜਿਵੇਂ ਸੁਪਨੇ ਦੇ ਅੰਦਰ ਮਨੁੱਖ ਤਰ੍ਹਾਂ ਤਰ੍ਹਾਂ ਦੇ ਸੁਪਨੇ ਵੇਖਦਾ ਹੈ, ਕਦੇ ਰਾਜਾ ਵੀ ਬਣ ਜਾਂਦਾ,
ਕਦੇ ਚੰਗਾ ਮਾਇਆ ਧਾਰੀ ਵੀ ਬਣ ਜਾਂਦਾ, ਪਰ ਜਦੋਂ ਸੁਪਨਾ ਖੁੱਲ੍ਹਦਾ ਤਾਂ ਉਹ ਸਭ ਕੁਝ ਵਿਅਰਥ ਹੁੰਦਾ। ਸੰਤੋਖ ਤੋਂ ਬਿਨਾਂ, ਸਬਰ ਤੋਂ ਬਿਨਾਂ ਸਤਿਗੁਰੂ ਜੀ ਕਹਿੰਦੇ ਇਨਸਾਨ ਚਾਹੇ ਕਿੰਨਾ ਕੁਝ ਵੀ ਇਕੱਠਾ ਕਰ ਲਵੇ, ਇਹਨੂੰ ਰੱਜ ਨਹੀਂ ਆਉਂਦਾ। ਜਿਹੜੀ ਮਨ ਦੀ ਤ੍ਰਿਪਤੀ ਹੈ, ਮਨ ਦੀ ਸੰਤੁਸ਼ਟੀ ਹੈ, ਉਹ ਸਤਿਗੁਰੂ ਜੀ ਕਹਿੰਦੇ ਸੰਤੋਖ ਦੁਆਰਾ ਹੁੰਦੀ ਹੈ। ਜਥਾ ਲੱਭਾ ਤਥਾ ਸੰਤੁਸ਼ਟਾ, ਕਿ ਜੋ ਸਾਨੂੰ ਸਾਡੇ ਕਰਮਾਂ ਅਨੁਸਾਰ ਮਿਲ ਰਿਹਾ ਉਹਦੇ ਵਿੱਚ ਪ੍ਰਸੰਨ ਰਹਿਣਾ, ਖੁਸ਼ ਰਹਿਣਾ, ਪਰਮੇਸ਼ਰ ਦੇ ਭਾਣੇ 'ਚ ਆਨੰਦ 'ਚ ਰਹਿਣਾ, ਉਹ ਸਤਿਗੁਰੂ ਜੀ ਕਹਿੰਦੇ ਸੰਤੋਖ ਹੁੰਦਾ। ਨਹੀਂ ਤਾਂ ਸੰਤੋਖ ਤੋਂ ਬਿਨਾਂ ਮਨ ਦੀ ਜਿਹੜੀ ਤ੍ਰਿਪਤੀ ਹੈ ਉਹ ਸਤਿਗੁਰੂ ਜੀ ਕਹਿੰਦੇ ਹੋ ਨਹੀਂ ਸਕਦੀ। ਜਿਵੇਂ ਇੱਕ ਅੱਗ ਹੁੰਦੀ ਹੈ ਅਤੇ ਅੱਗ ਦੇ ਅੰਦਰ ਆਪਾਂ ਲੱਕੜਾਂ ਪਾਈ ਜਾਈਏ ਅਤੇ ਇਹ ਮਨ ਦੇ ਅੰਦਰ ਸੋਚ ਲਈਏ ਵੀ ਆਪਾਂ ਅੱਗ ਨੂੰ ਰਜਾ ਦੇਣਾ ਬਾਲਣ ਦੇ ਨਾਲ, ਪਰ ਸਤਿਗੁਰੂ ਜੀ ਕਹਿੰਦੇ ਅੱਗ ਦੇ ਅੰਦਰ ਜਿੰਨਾ ਬਾਲਣ ਪਾਈ ਜਾਓ ਉਹਨੇ ਕੋਲੇ ਕਰੀ ਜਾਣੇ ਆ, ਸਵਾਹ ਕਰੀ ਜਾਣੀ ਆ, ਰੱਜਦੀ ਨਹੀਂ। ਜੇ ਅੱਗ ਨੂੰ ਬੁਝਾਉਣਾ ਹੈ, ਰਜਾਉਣਾ ਹੈ, ਉਹਨੂੰ ਸ਼ਾਂਤ ਕਰਨਾ ਹੈ ਤੇ ਪਾਣੀ ਪਾਉਣਾ ਪੈਂਦਾ। ਇਸੇ ਪ੍ਰਕਾਰ ਹੀ ਸਾਡੇ ਮਨ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਉਸ ਨੂੰ ਜੇ ਕੋਈ ਰੋਕਣ ਵਾਲਾ ਹੈ ਤੇ ਉਹ ਸੰਤੋਖ ਹੈ, ਉਹ ਸਬਰ ਹੈ। ਸਬਰ ਅਤੇ ਸੰਤੋਖ ਤੋਂ ਬਿਨਾਂ ਜਿਹੜੀ ਤ੍ਰਿਸ਼ਨਾ ਹੈ ਉਹ ਰੁਕਦੀ ਨਹੀਂ। ਧਾਰਮਿਕ ਵਿਦਵਾਨਾਂ ਨੇ, ਰੱਬ ਦੇ ਪਿਆਰਿਆਂ ਨੇ ਬੜੇ ਬਚਨ ਲਿਖੇ ਹਨ। ਇੱਕ ਕਵੀ ਹੋਇਆ ਸੁੰਦਰਦਾਸ। ਸੁੰਦਰਦਾਸ ਕਵੀ ਨੇ ਇਹ ਸੰਤੋਖ ਦੀ ਬਾਬਤ ਬਚਨ ਲਿਖੇ ਹਨ। ਕਹਿੰਦਾ ਹੈ ਜੀਵ ਦੇ ਮਨ ਦੀ ਜਿਹੜੀ ਬਿਰਤੀ ਹੈ, ਤ੍ਰਿਸ਼ਨਾ ਜਿਹੜੀ ਹੈ ਉਹ ਇੰਨੀ ਹੈ ਵੀ ਜੇ ਇਹਨੂੰ ਕੋਈ ਚੀਜ਼ ਮਿਲਦੀ ਹੈ ਅਤੇ ਮਨ ਉਹਦੇ 'ਤੇ ਰੱਜਦਾ ਨਹੀਂ, ਉਦੋਂ ਅੱਗੇ ਦੀ ਸੋਚਦਾ ਵੀ ਹੋਰ ਮਿਲੇ। ਅਤੇ ਕਵੀ ਸੁੰਦਰਦਾਸ ਜੀ ਨੇ ਬਚਨ ਲਿਖੇ ਹਨ, ਜੋ 10 20 50 ਭਏ, ਛੱਤ ਹੋਏ ਹਜ਼ਾਰਨ ਲਾਖ ਮੰਗੇਗੀ, ਕੋਟ ਅਰਬ ਖਰਬ ਭਏ, ਪ੍ਰਿਥੀ ਪਤ ਹੋਨੇ ਕੀ ਚਾਹ ਜਗੇਗੀ, ਆਕਾਸ਼ ਪਤਾਲ ਕੋ ਰਾਜ ਮਿਲੈ, ਤ੍ਰਿਸ਼ਨਾ ਅਤ ਕੀ ਅਤ ਆਗ ਲੱਗੇਗੀ, ਸੁੰਦਰ ਏਕ ਸੰਤੋਖ ਬਿਨਾ ਸੱਠ, ਤੇਰੀ ਤੋਂ ਭੂਖ ਕਭੈ ਨਾ ਬੁਝੇਗੀ। ਕਵੀ ਸੁੰਦਰਦਾਸ ਜੀ ਬਚਨ ਲਿਖਦੇ ਹਨ ਕਿ ਇਹ ਮਨ ਦੀ ਐਸੇ ਖਿਆਲ ਹੈ, ਮਨ ਦੀ ਐਸੀ ਭੁੱਖ ਹੈ ਕਿ ਜੇ ਇਹਦੇ ਕੋਲ 10 ਆਉਂਦੇ ਆ ਤਾਂ ਕਹਿੰਦਾ 20 ਹੋਣ, ਜੇ 20 ਆਉਂਦੇ ਆ ਤਾਂ ਕਹਿੰਦਾ 50 ਹੋਣ, ਫਿਰ 100, ਫਿਰ 1000, ਫਿਰ ਲੱਖ, ਕਰੋੜ, ਅਰਬ, ਖਰਬ। ਜਦੋਂ ਇੰਨੀ ਮਾਇਆ ਹੋ ਜਾਂਦੀ ਹੈ ਫਿਰ ਕਹਿੰਦਾ ਮੈਂ ਰਾਜਾ ਬਣਾ ਧਰਤੀ ਦਾ। ਅਤੇ ਉਹ ਰਾਜਾ ਜਦੋਂ ਬਣ ਜਾਂਦਾ ਫਿਰ ਉੱਥੇ ਵੀ ਸਬਰ ਨਹੀਂ, ਫਿਰ ਕਹਿੰਦਾ ਆਕਾਸ਼ ਅਤੇ ਪਤਾਲ ਦਾ ਰਾਜ ਵੀ ਲੈ ਲਈਏ, ਇਹ ਵੀ ਆਪਣੇ ਅਧੀਨ ਕਰ ਲਈਏ, ਇਹ ਵੀ ਮਿਲ ਜਾਂਦਾ। ਫਿਰ ਵੀ ਕਹਿੰਦੇ ਤ੍ਰਿਸ਼ਨਾ ਸ਼ਾਂਤ ਨਹੀਂ ਹੁੰਦੀ। ਅਤੇ ਕਵੀ ਸੁੰਦਰਦਾਸ ਜੀ ਲਿਖਦਾ ਹੈ ਕਿ ਇਹ ਨਾਸ ਉਦੋਂ ਹੁੰਦੀ ਹੈ ਜਦੋਂ ਸੰਤੋਖ ਆ ਜਾਂਦਾ, ਨਹੀਂ ਤਾਂ ਮਾਇਆ ਦੇ ਨਾਲ ਰੱਜ ਆਉਂਦਾ ਹੀ ਨਹੀਂ। ਜਿਹੜੇ ਕੋਈ ਮਾਇਆਧਾਰੀ ਲੋਕ ਹਨ, ਪੂੰਜੀਪਤੀ ਲੋਕ ਹਨ, ਜਿਵੇਂ ਆਪਾਂ ਹੁਣ ਵੇਖ ਰਹੇ ਹਾਂ, ਇਹ ਪੂੰਜੀਪਤੀਆਂ ਦਾ ਹੀ ਸਭ ਕੁਝ ਕੀਤਾ ਹੋਇਆ, ਜਿਨ੍ਹਾਂ ਦੇ ਅੰਦਰ ਸੰਤੋਖ ਨਹੀਂ, ਇੰਨਾ ਕੁਝ ਹੁੰਦਿਆਂ ਹੋਇਆਂ ਵੀ ਫਿਰ ਵੀ ਗਰੀਬਾਂ ਦੀ ਰੋਟੀ ਖੋਹਣ ਨੂੰ ਤੁਲੇ ਆ, ਕਿਉਂਕਿ ਅੰਦਰ ਸੰਤੋਖ ਨਹੀਂ, ਸਬਰ ਨਹੀਂ, ਜਿਹਦੇ ਕਰਕੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੰਤੋਖ ਤੋਂ ਬਿਨਾਂ ਮਨ ਦੇ ਅੰਦਰ ਸ਼ਾਂਤੀ ਅਤੇ ਤ੍ਰਿਪਤੀ ਨਹੀਂ ਆਉਂਦੀ। ਫਿਰ ਸਤਿਗੁਰੂ ਜੀ ਕਹਿੰਦੇ ਸੰਤੋਖ ਮਿਲੇ ਕਿੱਥੋਂ? ਜਿਹੜੀ ਐਸੀ ਅਮੋਲਕ ਵਸਤੂ ਹੈ, ਇਹ ਸੰਤੋਖ ਐਡਾ ਉੱਤਮ ਹੈ, ਇਹਦੀ ਪ੍ਰਾਪਤੀ ਕਿੱਥੋਂ ਹੋਵੇ? ਅਸੀਂ ਸੰਤੋਖ ਕਿੱਥੋਂ ਲਈਏ ਜਾ ਕੇ? ਕਿਸੇ ਗਲੀ ਬਾਜ਼ਾਰ 'ਚੋਂ ਤਾਂ ਮਿਲਦਾ ਨਹੀਂ, ਨਾ ਬਾਜ਼ਾਰਾਂ 'ਚੋਂ ਖਰੀਦ ਸਕਦੇ ਹਾਂ, ਫਿਰ ਇਹ ਕਿੱਥੋਂ ਮਿਲਦਾ ਸੰਤੋਖ? ਤਾਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਮਨ ਸੰਤੋਖ ਸ਼ਬਦ ਗੁਰ ਰਾਜੇ। ਸਤਿਗੁਰੂ ਜੀ ਕਹਿੰਦੇ ਮਨ ਦੇ ਅੰਦਰ ਸੰਤੋਖ ਉਦੋਂ ਆਉਂਦਾ ਹੈ ਜਦੋਂ ਸ਼ਬਦ ਗੁਰ ਰਾਜੇ।
ਜਦੋਂ ਜੀਵ ਗੁਰੂ ਦੇ ਸ਼ਬਦਾਂ ਦੇ ਨਾਲ ਰੱਜ ਜਾਏ। ਕਿਉਂਕਿ ਮਨ ਨੂੰ ਜੈਸੀ ਭੁੱਖ ਲੱਗਣੀ ਹੈ ਉਹਨੇ ਵੈਸੀ ਚੀਜ਼ ਹੀ ਮੰਗਣੀ ਹੈ। ਜੇ ਮਨ ਨੂੰ ਮਾਇਆ ਦੀ ਭੁੱਖ ਲੱਗੀ ਹੈ ਤੇ ਉਹਨੇ ਉਧਰਲੇ ਪਾਸਿਓਂ ਰੱਜ ਨੂੰ ਆਉਣਾ ਹੀ ਨਹੀਂ, ਉਹਨੇ ਮੰਗੀ ਜਾਣਾ ਉਧਰਲੇ ਪਾਸਿਓਂ। ਜਦੋਂ ਸਾਡੇ ਮਨ ਨੂੰ ਗੁਰੂ ਕੀ ਪਾਵਨ ਬਾਣੀ ਦੀ ਭੁੱਖ ਲੱਗਣ ਲੱਗ ਗਈ, ਜਦੋਂ ਸਾਡੇ ਮਨ ਨੂੰ ਨਾਮ ਦੀ ਭੁੱਖ ਲੱਗਣ ਲੱਗ ਗਈ, ਜਦੋਂ ਸਾਡੇ ਮਨ ਨੂੰ ਗੁਰੂ ਕੀ ਪਾਵਨ ਬਾਣੀ ਦੇ ਸ਼ਬਦਾਂ ਦੀ ਭੁੱਖ ਲੱਗਣ ਲੱਗ ਗਈ, ਉਦਣ ਸਤਿਗੁਰੂ ਜੀ ਕਹਿੰਦੇ ਸੰਤੋਖ ਆ ਜਾਣਾ। ਉਧਰ ਐਸਾ ਸੰਤੋਖ ਆਉਣਾ, ਸੰਸਾਰ ਦੇ ਕਿਸੇ ਭੋਗ ਪਦਾਰਥ ਦੇ ਅੰਦਰ ਸਾਡੀ ਰੁਚੀ ਰਹਿਣੀ ਨਹੀਂ। ਜਿਵੇਂ ਕਿਸੇ ਵਿਦਵਾਨ ਨੇ ਬਚਨ ਲਿਖੇ ਹਨ, ਗੋ ਧਨ, ਗਜ ਧਨ, ਬਾਜ, ਰਤਨ ਧਨ ਖਾਣ। ਕਹਿੰਦੇ ਹਨ ਸੰਸਾਰ ਦੇ ਅੰਦਰ ਬੜੇ ਤਰ੍ਹਾਂ ਦੀ ਸੰਪਤੀ ਹੈ, ਵਿਭੂਤੀ ਹੈ, ਪ੍ਰੋਪਰਟੀ ਹੈ। ਕਿਸੇ ਦੇ ਕੋਲੇ ਗੋ ਧਨ ਹੈ, ਗਊਆਂ ਦਾ ਧਨ ਹੈ, ਗਊਆਂ ਬੜੀਆਂ ਉਹਨੇ ਰੱਖੀਆਂ। ਕਿਸੇ ਦੇ ਕੋਲੇ ਗਜ ਧਨ, ਹਾਥੀਆਂ ਦਾ ਧਨ ਹੈ। ਕਿਸੇ ਦੇ ਕੋਲੇ ਬਾਜ, ਘੋੜਿਆਂ ਦਾ ਧਨ ਹੈ। ਕਿਸੇ ਦੇ ਕੋਲ ਤਰ੍ਹਾਂ ਤਰ੍ਹਾਂ ਦੇ ਰਤਨ, ਹੀਰਿਆਂ ਦਾ ਧਨ ਹੈ। ਇਹ ਸਾਰੇ ਧਨ ਵੱਖੋ ਵੱਖਰੇ ਹਨ, ਪਰ ਜਬ ਆਵੇ ਸੰਤੋਖ ਧਨ, ਸਭ ਧਨ ਧੂੜ ਸਮਾਨ। ਜਦੋਂ ਸੰਤੋਖ ਦਾ ਧਨ ਅੰਦਰ ਆਉਂਦਾ, ਫਿਰ ਸਾਰੇ ਹੀ ਧਨ ਜਿਹੜੇ ਆ ਉਹ ਧੂੜ ਲੱਗਣ ਲੱਗ ਜਾਂਦੇ ਆ, ਮਿੱਟੀ ਲੱਗਣ ਲੱਗ ਜਾਂਦੇ ਆ। ਕੰਚਨ ਮਾਟੀ ਮਨ ਹੈ, ਸੋਨੇ ਤੇ ਮਿੱਟੀ ਨੂੰ ਇੱਕੋ ਜਿਹਾ ਜਾਣਨ ਲੱਗ ਜਾਂਦਾ। ਜਿਵੇਂ ਗੁਰੂ ਕੇ ਇਤਿਹਾਸ ਦੇ ਅੰਦਰ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਦੇ ਵਿੱਚੋਂ ਭਾਈ ਰਾਮ ਕੋਇਰ ਜੀ ਹੋਏ ਹਨ, ਜੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਹੋਏ, ਜਿਨ੍ਹਾਂ ਦਾ ਨਾਮ ਅੰਮ੍ਰਿਤ ਛਕ ਕੇ ਭਾਈ ਗੁਰਬਖਸ਼ ਸਿੰਘ ਜੀ ਹੋਇਆ, ਜਿਨ੍ਹਾਂ ਨੇ ਸਾਰਾ ਇਤਿਹਾਸ 100 ਸਾਖੀ ਦੇ ਰੂਪ ਦੇ ਅੰਦਰ ਭਾਈ ਸਾਹਿਬ ਸਿੰਘ ਜੀ ਦੇ ਪਾਸੋਂ ਲਿਖਾਇਆ। ਉਸੇ ਇਤਿਹਾਸ ਨੂੰ ਫਿਰ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ, ਚੂੜਾਮਣੀ ਜੀ ਨੇ ਕਵਿਤਾ ਦੇ ਰੂਪ ਦੇ ਅੰਦਰ ਲਿਖਿਆ, ਜੋ ਸਾਡੇ ਗੁਰੂਆਂ ਦਾ ਇਤਿਹਾਸ ਬਣਿਆ। ਉਹ ਭਾਈ ਰਾਮ ਕੋਇਰ ਜੀ ਐਸੇ ਬ੍ਰਹਮ ਗਿਆਨੀ ਸਨ, ਬੰਦਗੀ ਵਾਲੇ ਸਨ। ਕਹਿੰਦੇ ਉਹਨਾਂ ਦੀ ਕਿਸੇ ਪਦਾਰਥ ਦੇ ਅੰਦਰ, ਘਰ ਦੇ ਅੰਦਰ, ਕਿਸੇ ਵਸਤੂ ਦੇ ਅੰਦਰ ਕੋਈ ਰੁਚੀ ਨਹੀਂ ਸੀ। ਇੱਕ ਦਿਨ ਕੀ ਹੋਇਆ, ਕਹਿੰਦੇ ਘਰ ਦੇ ਅੰਦਰ ਰਾਤ ਦੇ ਸਮੇਂ ਚੋਰ ਪੈ ਗਏ। ਚੋਰਾਂ ਨੇ ਚੋਰੀ ਕਰ ਲਿਆ ਘਰ ਦੇ ਵਿੱਚੋਂ, ਜਿੰਨਾ ਸਾਜੋ ਸਮਾਨ ਸੀ ਸਭ ਕੁਝ ਲੈ ਗਏ ਬੰਨ੍ਹ ਕੇ। ਜਦੋਂ ਦਿਨ ਚੜ੍ਹਿਆ ਤੇ ਘਰ ਦੇ ਅੰਦਰ ਕੋਈ ਭਾਂਡਾ ਨਹੀਂ, ਕੁਝ ਵੀ ਨਹੀਂ, ਸਭ ਕੁਝ ਖਾਲੀ ਹੋ ਗਿਆ। ਜਿਹੜੇ ਉਸ ਪਿੰਡ ਦੇ ਕੋਈ ਉਸ ਸਮੇਂ ਮੁਖੀ ਲੋਕ ਸਨ, ਜਿਵੇਂ ਸਰਪੰਚ ਆਦਿਕ ਜਾਂ ਉਸ ਸਮੇਂ ਚੌਧਰੀ ਸਨ, ਉਹਨਾਂ ਨੇ ਸੋਚਿਆ ਵੀ ਇਹ ਆਪਣੇ ਨਗਰ ਦੇ ਅੰਦਰ ਸਾਧੂ ਹਨ, ਇਹ ਤੇ ਫਕੀਰ ਹਨ, ਤੇ ਇਹਨਾਂ ਨੂੰ ਤੇ ਕੋਈ ਬਿਰਤੀ ਇਹਨਾਂ ਦੀ ਨਹੀਂ ਇੱਦਾਂ ਦੀ, ਪਰ ਆਪਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਆਪਾਂ ਨੂੰ ਇਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜਦੋਂ ਇਕੱਠੇ ਹੋ ਕੇ ਗਏ ਰਾਮ ਕੋਇਰ ਜੀ ਦੇ ਪਾਸ, ਕਹਿਣ ਲੱਗੇ, ਬਾਬਾ ਜੀ ਤੁਹਾਡਾ ਕਿਹੜਾ ਕਿਹੜਾ ਸਮਾਨ ਘਰ ਦੇ ਅੰਦਰੋਂ ਚੋਰੀ ਹੋਇਆ ਤੁਸੀਂ ਦੱਸ ਦਿਓ, ਅਸੀਂ ਉਹ ਜਾਂ ਤਾਂ ਚੋਰ ਫੜ ਲੈਂਦੇ ਹਾਂ ਜਾਂ ਤੁਹਾਨੂੰ ਸਮਾਨ ਵਾਪਸ ਕਰਾ ਦਿੰਦੇ ਹਾਂ, ਕੁਝ ਨਾ ਕੁਝ ਅਸੀਂ ਕਰਾਂਗੇ। ਅਤੇ ਭਾਈ ਰਾਮ ਕੋਇਰ ਜੀ ਦੀ ਨਿਗਾਹ ਉਸ ਸਮੇਂ ਜਿਹੜੇ ਬਾਜ ਰੱਖੇ ਹੁੰਦੇ ਸਨ ਅਤੇ ਬਾਜਾਂ ਦੇ ਅੱਡੇ ਹੁੰਦੇ, ਉਹਨਾਂ ਦੇ ਨਾਲ ਡੋਰਾਂ ਹੁੰਦੀਆਂ, ਜਦੋਂ ਬਾਜ ਨੂੰ ਰੱਖਦੇ ਬੰਨ੍ਹ ਕੇ ਉਹਦੇ ਨਾਲ ਉਹ ਮਲੂਮੀ ਜਿਹੇ ਧਾਗੇ ਹੁੰਦੇ, ਰੱਸੀਆਂ ਜਿਹੀਆਂ ਹੁੰਦੀਆਂ, ਜਿਨ੍ਹਾਂ ਨੂੰ ਡੋਰਾਂ ਆਖਿਆ ਜਾਂਦਾ। ਜਦੋਂ ਭਾਈ ਰਾਮ ਕੋਇਰ ਜੀ ਦੀ ਨਿਗਾਹ ਗਈ ਤੇ ਉਹ 2 ਰੱਸੀਆਂ ਉੱਥੇ ਨਹੀਂ ਸਨ, ਡੋਰਾਂ, ਤੇ ਕਹਿਣ ਲੱਗੇ ਵੀ ਬਾਕੀ ਤੇ ਘਰ ਦੇ ਅੰਦਰ ਹੈਗਾ ਸਭ ਕੁਝ, ਆ ਡੋਰਾਂ ਹੈ ਨਹੀਂ, ਧਾਗੇ ਹੈ ਨਹੀਂ, 2 ਰੱਸੀਆਂ ਹੈ ਨਹੀਂ। ਉਹ ਬੜੇ ਹੈਰਾਨ ਹੋਏ, ਕਹਿਣ ਲੱਗੇ ਘਰ ਦੇ ਅੰਦਰ ਕੁਝ ਨਹੀਂ ਰਿਹਾ। ਤੇ ਇਹਨਾਂ ਨੇ ਵੇਖੋ ਵੀ ਇੱਕ ਧਾਗਿਆਂ ਤੇ ਕਹਿ ਦਿੱਤਾ ਵੀ ਇਹ ਨਹੀਂ ਹੈਗੇ, ਕਿਉਂਕਿ ਅੰਦਰ ਸੰਤੋਖ ਆਇਆ ਹੋਇਆ, ਅੰਦਰ ਸਬਰ ਆਇਆ ਹੋਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਕੋਈ ਨਾਮ ਦੀ ਕਮਾਈ ਕਰਦਾ ਹੈ, ਗੁਰੂ ਕੀ ਪਾਵਨ ਬਾਣੀ ਦਾ ਅਭਿਆਸ ਕਰਦਾ ਹੈ,
ਫਿਰ ਸਤਿਗੁਰੂ ਜੀ ਕਹਿੰਦੇ ਗੁਰੂ ਕੇ ਸ਼ਬਦਾਂ ਦੁਆਰਾ ਉਹਦੇ ਅੰਦਰ ਸੰਤੋਖ ਆ ਜਾਂਦਾ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ, ਸੰਤੋਖ ਭਇਆ ਸੰਸਾਰੇ ਗੁਰ ਪੂਰੈ ਲੈ ਤਾਰੇ। ਕਿ ਜਿੰਨੇ ਵੀ ਸੰਸਾਰ ਦੇ ਪਦਾਰਥ ਹਨ, ਵਿਕਾਰ ਹਨ, ਇਹਨਾਂ ਵੱਲੋਂ ਮਨ 'ਚ ਸੰਤੋਖ ਆ ਗਿਆ ਅਤੇ ਪੂਰੇ ਗੁਰੂ ਨੇ ਆਪਣੀ ਸ਼ਰਨ ਦੇ ਵਿੱਚ ਲੈ ਕੇ ਜੀਵ ਨੂੰ ਤਾਰ ਦਿੱਤਾ ਹੈ। ਸੰਤ ਹੋ ਪ੍ਰਭ ਮੇਰਾ ਸਦਾ ਦਇਆਲਾ। ਸਤਿਗੁਰੂ ਜੀ ਕਹਿੰਦੇ, ਹੇ ਸੰਤ ਜਨੋ, ਮਹਾਤਮਾ ਜਨੋ, ਸਾਡਾ ਜੋ ਪ੍ਰਭੂ ਪਰਮੇਸ਼ਰ ਵਾਹਿਗੁਰੂ ਹੈ ਉਹ ਸਦਾ ਹੀ ਦਿਆਲਾ ਹੈ, ਉਹ ਸਦਾ ਹੀ ਦਇਆ ਕਰਨ ਵਾਲਾ। ਉਹ ਪਰਮੇਸ਼ਰ ਵਾਹਿਗੁਰੂ ਤਰਸ ਕਰਨ ਵਾਲਾ ਹੈ। ਆਪਣੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੋਪਾਲਾ। ਸਤਿਗੁਰੂ ਜੀ ਕਹਿੰਦੇ ਉਹ ਆਪਣੇ ਭਗਤਾਂ ਦੀ ਕੋਈ ਵੀ ਗਿਣਤੀ ਮਿਣਤੀ ਨਹੀਂ ਕਰਦਾ, ਕੋਈ ਵੀ ਵਿਚਾਰਾ ਨਹੀਂ ਕਰਦਾ। ਰਾਖੈ ਬਾਲ ਗੋਪਾਲਾ। ਜਿਵੇਂ ਇੱਕ ਮਾਤਾ ਆਪਣੇ ਬੱਚੇ ਦੀ ਰੱਖਿਆ ਕਰਦੀ ਹੈ ਅਤੇ ਮਾਂ ਆਪਣੇ ਬੱਚੇ ਦੇ ਔਗਣ ਨਹੀਂ ਵੇਖਦੀ ਵੀ ਇਹ ਗਲਤੀਆਂ ਕਰਦਾ, ਇਹਦੀ ਮੈਂ ਰੱਖਿਆ ਨਹੀਂ ਕਰਨੀ, ਇਹਨੂੰ ਰਿਜ਼ਕ ਨਹੀਂ ਦੇਣਾ, ਇਹਨੂੰ ਮੈਂ ਭੁੱਖੇ ਰੱਖਣਾ। ਮਾਂ ਸਾਰੇ ਔਗਣ ਢੱਕ ਦਿੰਦੀ ਹੈ, ਸਾਰੇ ਔਗਣਾਂ ਨੂੰ ਢੱਕ ਕੇ ਉਹਦੀ ਰੱਖਿਆ ਕਰਦੀ ਹੈ। ਇਸੇ ਪ੍ਰਕਾਰ ਹੀ ਜਦੋਂ ਜਿਹੜੇ ਭਗਤ ਹਨ ਉਹ ਪਰਮੇਸ਼ਰ ਦੇ ਅਧੀਨ ਹੋ ਜਾਂਦੇ ਆ, ਭਗਤ ਇੱਕੋ ਆਸਰਾ ਪਰਮਾਤਮਾ ਦਾ ਰੱਖਦੇ ਆ, ਫਿਰ ਭਗਤ ਜਿਹੜੇ ਆ ਉਹਨਾਂ ਦੀ ਰੱਖਿਆ ਉਹ ਪਰਮੇਸ਼ਰ ਵਾਹਿਗੁਰੂ ਆਪ ਕਰਦਾ ਹੈ, ਜਿਵੇਂ ਬਾਲਕਾਂ ਦੀ ਹੁੰਦੀ ਹੈ। ਅਤੇ ਭਗਤ ਜਿਹੜੇ ਹਨ, ਸੰਤ ਜਿਹੜੇ ਹਨ, ਉਹ ਰੱਬ ਦੇ ਬੱਚੇ ਹਨ। ਸੰਤ ਸਾਈਂ ਕੇ ਲਾਡਲੇ, ਸੰਤ ਸਾਈਂ ਕੇ ਪੂਤ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਆਪਣਿਆਂ ਭਗਤਾਂ ਦੀ ਉਹ ਪਰਮੇਸ਼ਰ ਵਾਹਿਗੁਰੂ ਜਦੋਂ ਰੱਖਿਆ ਕਰਦਾ, ਫਿਰ ਕੋਈ ਗਿਣਤੀਆਂ ਮਿਣਤੀਆਂ ਨਹੀਂ ਵੇਖਦਾ। ਭਗਤ ਪ੍ਰਹਿਲਾਦ ਜੀ ਨੇ ਬਚਪਨ ਦੀ ਉਮਰ ਦੇ ਅੰਦਰ ਬੰਦਗੀ ਕੀਤੀ ਪਰਮੇਸ਼ਰ ਦੀ। ਘਰ ਦੇ ਅੰਦਰ ਪਿਤਾ ਹਰਨਾਕਸ਼ ਜਿਹੜਾ ਉਹ ਵਿਰੋਧੀ ਹੈ, ਉਹ ਕਹਿੰਦਾ ਮੇਰਾ ਨਾਮ ਜਪ। ਭਗਤ ਪ੍ਰਹਿਲਾਦ ਕਹਿੰਦਾ ਨਹੀਂ, ਰਾਮ ਦਾ ਨਾਮ ਜਪਣਾ ਹੈ। ਅਤੇ ਜਿਹੜਾ ਹਰਨਾਕਸ਼ ਹੈ ਉਹ ਭਗਤ ਪ੍ਰਹਿਲਾਦ ਨੂੰ ਤਸੀਹੇ ਦਿੰਦਾ, ਕਦੇ ਪੱਥਰਾਂ ਤੋਂ ਪਹਾੜਾਂ ਤੋਂ ਸੁੱਟਦਾ, ਕਦੇ ਪਾਣੀ 'ਚ ਡੋਬਦਾ, ਕਦੇ ਅੱਗ 'ਚ ਸਾੜਦਾ। ਪਰ ਉਹ ਪਰਮੇਸ਼ਰ ਵਾਹਿਗੁਰੂ ਭਗਤ ਦੀ ਸਭ ਥਾਵਾਂ 'ਤੇ ਰੱਖਿਆ ਕਰਦਾ। ਜਿੱਥੇ ਜਿੱਥੇ ਵੀ ਉਹਨੂੰ ਕਸ਼ਟ ਦੇਣਾ ਚਾਹੁੰਦਾ ਉੱਥੇ ਹੀ ਉਹਦੀ ਰੱਖਿਆ ਹੋ ਜਾਂਦੀ, ਬਚ ਜਾਂਦਾ। ਭਗਤ ਕਬੀਰ ਸਾਹਿਬ ਜੀ ਦੀ ਰੱਖਿਆ ਹੋਈ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਆਪਣਿਆਂ ਭਗਤਾਂ ਦੀ ਉਹ ਪਰਮੇਸ਼ਰ ਵਾਹਿਗੁਰੂ ਰੱਖਿਆ ਕਰਦਾ। ਜਿਵੇਂ ਮਾਤਾ ਪਿਤਾ ਬੱਚਿਆਂ ਦੀ ਪਾਲਣਾ ਪੋਸ਼ਣਾ ਕਰਦੇ, ਰੱਖਿਆ ਕਰਦੇ ਹੈ, ਇੱਦਾਂ ਹੀ ਪਰਮੇਸ਼ਰ ਵਾਹਿਗੁਰੂ ਆਪਣੇ ਭਗਤਾਂ ਦੀ ਕਰਦਾ ਹੈ। ਰਹਾਉ ਹਰ ਨਾਮ ਹਿਰਦੈ ਉਰ ਧਾਰੇ, ਤਿਨ ਸਭੇ ਥੋਕ ਸਵਾਰੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ 'ਚ ਧਾਰਨ ਕੀਤਾ ਹੈ। ਹਿਰਦੇ 'ਚ ਧਾਰਨ ਕਰਨਾ ਕੀ ਹੈ ਕਿ ਹਰ ਸਮੇਂ ਜਿਵੇਂ ਸਾਹ ਸਾਡੇ ਚੱਲਦੇ ਰਹਿੰਦੇ ਹੈ, ਇਸੇ ਪ੍ਰਕਾਰ ਹੀ ਹਿਰਦੇ ਦੇ ਅੰਦਰ ਸਵਾਸਾਂ ਦੇ ਨਾਲ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰ ਲਿਆ, ਵਸਾ ਲਿਆ ਹੈ, ਤਿੰਨ ਸਭੇ ਥੋਕ ਸਵਾਰੇ। ਉਹਨਾਂ ਦੇ ਸਾਰੇ ਜਿਹੜੇ ਕੋਈ ਥੋਕ ਪਦਾਰਥ ਸਾਨੂੰ ਸਵਾਰ ਦਿੱਤੇ। ਧਰਮ, ਅਰਥ, ਕਾਮ, ਮੋਖ, ਇਹ ਚਾਰ ਪਦਾਰਥ ਮੰਨੇ ਹਨ, ਇਹ ਵੀ ਸਵਾਰ ਦਿੱਤੇ। ਇਸੇ ਪ੍ਰਕਾਰ ਹੀ ਜੋ ਪ੍ਰੇਮ ਪਦਾਰਥ ਹੈ, ਮੁਕਤ ਪਦਾਰਥ ਹੈ, ਗਿਆਨ ਪਦਾਰਥ ਹੈ, ਇਹ ਵੀ ਚੀਜ਼ਾਂ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀਆਂ। ਉਹਨਾਂ ਦੇ ਜੀਵਨ ਜਿਹੜੇ ਸਨ ਉਹ ਸਵਾਰ ਦਿੱਤੇ, ਉਜਲੇ ਕਰ ਦਿੱਤੇ। ਗੁਰ ਪੂਰੈ ਤੁਸ ਦੀਆ, ਫਿਰ ਨਾਨਕ ਦੂਖ ਨਾ ਥੀਆ। ਸਤਿਗੁਰੂ ਜੀ ਕਹਿੰਦੇ ਜਦੋਂ ਪੂਰਾ ਗੁਰੂ ਤੁਸ ਜਾਂਦਾ, ਤਰੁੱਠ ਜਾਂਦਾ, ਪ੍ਰਸੰਨ ਹੋ ਜਾਂਦਾ। ਗੁਰ ਨਾਨਕ ਤੁੱਠਾ ਕੀਨੀ ਦਾਤ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਸੰਨ ਹੋ ਜਾਂਦੇ ਹੈ, ਜਦੋਂ ਗੁਰੂ ਪ੍ਰਸੰਨ ਹੋ ਜਾਂਦਾ, ਫਿਰ ਸਤਿਗੁਰੂ ਜੀ ਕਹਿੰਦੇ ਦੁੱਖ ਨਾ ਥੀਆ। ਫਿਰ ਕਿਸੇ ਤਰ੍ਹਾਂ ਦਾ ਵੀ ਦੁੱਖ ਜਿਹੜਾ ਉਹ ਰਹਿੰਦਾ ਨਹੀਂ, ਉਹ ਸਾਰੇ ਦੁੱਖ ਜਿਹੜੇ ਆ ਨਾਸ ਹੋ ਜਾਂਦੇ ਆ। ਜਿਹਦੇ 'ਤੇ ਗੁਰੂ ਪ੍ਰਸੰਨ ਹੋ ਜਾਏ, ਗੁਰੂ ਖੁਸ਼ ਹੋ ਜਾਏ, ਜਿਹੜਾ ਗੁਰੂ ਦੀ ਖੁਸ਼ੀ ਲੈ ਲਵੇ, ਉਹਦੀਆਂ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਸਤਿਗੁਰੂ ਜੀ ਕਹਿੰਦੇ ਸਵਰ ਜਾਂਦੀਆਂ ਹਨ, ਦੁੱਖ ਉਹਦੇ ਸਾਰੇ ਨਾਸ ਹੋ ਜਾਂਦੇ ਹਨ। ਸੋਰਠ ਮਹੱਲਾ ਪੰਜਵਾ।
ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਅਗਲੇ ਸ਼ਬਦ ਦੇ ਅੰਦਰ ਉਚਾਰਨ ਕਰਦੇ ਹਨ ਕਿ ਸੰਸਾਰ ਦੇ ਅੰਦਰ ਬੜੇ ਲੋਕਾਂ ਦੀ ਪ੍ਰਸਿੱਧੀ ਹੁੰਦੀ ਹੈ। ਧਾਰਮਿਕ ਵਿਦਵਾਨਾਂ ਨੇ 3 ਤਰ੍ਹਾਂ ਦੇ ਮਨੁੱਖਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੀ ਸੋਭਾ ਹੁੰਦੀ ਹੈ, ਜਿਨ੍ਹਾਂ ਦੀ ਸੋਭਾ ਸੱਚੀ ਤੇ ਸੁੱਚੀ ਹੁੰਦੀ ਹੈ ਤੇ ਸਦਾ ਰਹਿਣ ਵਾਲੀ ਹੁੰਦੀ ਹੈ। ਉਹਦੇ ਵਿੱਚੋਂ ਪਹਿਲੇ ਨੰਬਰ 'ਤੇ ਹਨ ਭਗਤ, ਦੂਸਰੇ ਹਨ ਸੂਰਮੇ, ਤੀਸਰੇ ਹਨ ਦਾਨੀ। ਇਹ 3 ਜਿਹੜੇ ਲੋਕ ਹਨ, 3 ਤਰ੍ਹਾਂ ਦੇ ਮਨੁੱਖ ਹਨ, ਉਹ ਸੰਸਾਰ ਦੇ ਅੰਦਰ ਸਦਾ ਹੀ ਪੂਜੇ ਜਾਂਦੇ ਹੈ, ਸਦਾ ਹੀ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਜਿਹੜੇ ਭਗਤ ਹਨ, ਬੰਦਗੀ ਕਰਨ ਵਾਲੇ, ਜਿਵੇਂ ਆਪਾਂ ਭਗਤ ਪ੍ਰਹਿਲਾਦ ਜੀ ਦਾ ਨਾਮ ਲੈਂਦੇ ਹਾਂ, ਭਗਤ ਧਰੂ ਜੀ ਦਾ ਨਾਮ ਲੈਂਦੇ ਹਾਂ, ਇਹਨਾਂ ਦਾ ਜਿਹੜਾ ਜੀਵਨ ਕਾਲ ਆਪਾਂ ਵੇਖਦੇ ਹਾਂ, ਸਮਾਂ ਵੇਖਦੇ ਹਾਂ, ਉਹ ਸਤਯੁਗ ਦਾ ਹੈ। 3 ਯੁੱਗ ਬੀਤ ਗਏ ਪਿੱਛੇ, ਕਲਯੁੱਗ ਚੱਲ ਰਿਹਾ ਹੁਣ, ਪਰ ਸਤਯੁਗ ਤੋਂ ਲੈ ਕੇ ਹੁਣ ਤੱਕ ਭਗਤ ਪ੍ਰਹਿਲਾਦ ਜੀ ਨੂੰ, ਭਗਤ ਧਰੂ ਜੀ ਨੂੰ ਯਾਦ ਕੀਤਾ ਜਾਂਦਾ, ਕਿਉਂਕਿ ਉਹਨਾਂ ਨੇ ਭਗਤੀ ਕੀਤੀ ਹੈ, ਬੰਦਗੀ ਕੀਤੀ ਹੈ। ਇਸੇ ਪ੍ਰਕਾਰ ਹੀ ਜਿਹੜੇ ਸੂਰਮੇ ਹਨ, ਬਹਾਦਰ ਹਨ, ਜਿਨ੍ਹਾਂ ਨੇ ਗਊ ਗਰੀਬ ਦੀ ਰੱਖਿਆ ਵਾਸਤੇ ਆਪਣੇ ਸਰੀਰਾਂ ਨੂੰ ਕੁਰਬਾਨ ਕਰ ਦਿੱਤਾ, ਐਸੇ ਸੂਰਮੇ ਜਿਹੜੇ ਆ ਉਹਨਾਂ ਨੂੰ ਵੀ ਸਦਾ ਪੂਜਿਆ ਜਾਂਦਾ, ਸਦਾ ਯਾਦ ਕੀਤਾ ਜਾਂਦਾ। ਇਸੇ ਪ੍ਰਕਾਰ ਜਿਹੜੇ ਦਾਨੀ ਲੋਕ ਹਨ, ਜਿਨ੍ਹਾਂ ਨੇ ਦਾਨ ਪੁੰਨ ਕੀਤੇ ਹੈ, ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਇੱਕ ਰਾਜੇ ਦਾ ਵੀ ਨਾਮ ਆਉਂਦਾ ਜਿਹੜਾ ਦਾਨੀ ਸੀ, ਹਰੀ ਚੰਦ ਦਾਨ ਕਰੈ ਜਸ ਲੇਵੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਇਹ 3 ਤਰ੍ਹਾਂ ਦੇ ਲੋਕ ਜਿਹੜੇ ਆ ਉਹ ਪੂਜੇ ਜਾਂਦੇ ਆ। ਪਰ ਸਤਿਗੁਰੂ ਜੀ ਕਹਿੰਦੇ ਦੂਸਰੇ ਬੰਨੇ ਲੋਕ ਤੇ ਪ੍ਰਲੋਕ ਦੇ ਅੰਦਰ, ਇਹ ਤੇ ਇਸ ਲੋਕ ਦੇ ਅੰਦਰ ਹਨ ਤੇ ਪ੍ਰਲੋਕ ਦੇ ਅੰਦਰ ਵੀ ਜਿਹੜਿਆਂ ਦੀ ਜੈ ਜੈਕਾਰ ਹੋ ਜਾਂਦੀ ਹੈ। ਉਹ ਕੈਸੇ ਹਨ? ਸਤਿਗੁਰੂ ਜੀ ਕਹਿੰਦੇ ਹਰ ਮਨ ਤਨ ਵਸਿਆ ਸੋਈ, ਜਿਨ੍ਹਾਂ ਦੇ ਮਨ ਤੇ ਤਨ ਦੇ ਅੰਦਰ ਹਰੀ ਪਰਮੇਸ਼ਰ ਵਾਹਿਗੁਰੂ ਵਸ ਗਿਆ। ਉਹ ਸਤਿਗੁਰੂ ਜੀ ਕਹਿੰਦੇ ਜੈ ਜੈਕਾਰ ਕਰੇ ਸਭ ਕੋਈ, ਉਹਨਾਂ ਦੀ ਜੈ ਜੈਕਾਰ ਸਭ ਥਾਵਾਂ 'ਤੇ ਸਾਰੇ ਹੀ ਕਰਦੇ ਆ। ਲੋਕ ਤੇ ਪ੍ਰਲੋਕ ਦੇ ਅੰਦਰ ਉਹਨਾਂ ਦੀ ਜੈ ਜੈਕਾਰ ਹੋ ਜਾਂਦੀ ਹੈ, ਜਿਨ੍ਹਾਂ ਦੇ ਅੰਦਰ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਵਸ ਗਿਆ ਮਨ ਤੇ ਤਨ ਦੇ ਅੰਦਰ। ਹਰ ਮਹਿ ਮਨ ਹੈ, ਮਨ ਮਹਿ ਹਰ ਹੈ। ਹਰ ਦੇ ਜਿਹੜਾ ਹਰੀ ਪਰਮੇਸ਼ਰ ਹੈ, ਮਨ ਦੇ ਅੰਦਰ ਵੀ ਉਹੀ ਹੈ, ਤਨ ਦੇ ਅੰਦਰ ਵੀ ਉਹੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਤਨ ਦੇ ਅੰਦਰ ਜਦੋਂ ਹਰੀ ਪਰਮੇਸ਼ਰ ਵਸ ਜਾਂਦਾ, ਉਹਦਾ ਨਾਮ ਵਸ ਜਾਂਦਾ, ਉਹਨਾਂ ਦੀ ਜੈ ਜੈਕਾਰ ਸਭ ਥਾਵਾਂ 'ਤੇ ਸਾਰੇ ਹੀ ਕਰਦੇ ਹਨ। ਗੁਰ ਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਸਤਿਗੁਰੂ ਜੀ ਕਹਿੰਦੇ ਪੂਰੇ ਗੁਰੂ ਦੀ ਐਸੀ ਵਡਿਆਈ ਹੈ ਕਿ ਉਹਦੀ ਕੀਮਤ ਕਹੀ ਨਹੀਂ ਜਾ ਸਕਦੀ। ਉਹਦੀ ਕੀਮਤ ਨੂੰ ਕੋਈ ਆਪਣੇ ਮੁਖ ਤੋਂ ਬਿਆਨ ਨਹੀਂ ਕਰ ਸਕਦਾ ਕਿ ਇੰਨੀ ਕੁ ਮੁੱਲ ਦੀ ਵਡਿਆਈ ਹੈ ਗੁਰੂ ਦੀ। ਗੁਰੂ ਦੀ ਵਡਿਆਈ ਅਸਚਰਜ ਤੋਂ ਅਸਚਰਜ ਹੈ, ਮੁੱਲ ਤੋਂ ਰਹਿਤ ਹੈ, ਬੇਕੀਮਤੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪੂਰੇ ਗੁਰੂ ਦੀ ਜਿਹੜੀ ਵਡਿਆਈ ਹੈ, ਉਹਦੀ ਕੀਮਤ, ਉਹਦੀ ਜਿਹੜੀ ਕੋਈ ਮਹਾਨਤਾ ਹੈ, ਉਸ ਨੂੰ ਕਹਿ ਕੇ ਕੋਈ ਬਿਆਨ ਨਹੀਂ ਕਰ ਸਕਦਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਐਸੀ ਵਡਿਆਈ ਹੈ, ਕਿੱਡੇ ਕਿੱਡੇ ਕਵੀਆਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਕਿੰਨਾ ਕੁਝ ਲਿਖਿਆ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਲਿਖੀ ਨਹੀਂ ਗਈ ਕਿਸੇ ਤੋਂ, ਕੋਈ ਬਿਆਨ ਹੀ ਨਹੀਂ ਕਰ ਸਕਿਆ। ਜਿਵੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਜਦੋਂ ਸਤਿਗੁਰਾਂ ਨੇ 52 ਕਵੀ ਰੱਖੇ ਸਨ ਪਾਉਂਟਾ ਸਾਹਿਬ ਦੀ ਧਰਤੀ 'ਤੇ, ਉੱਥੇ ਇੱਕ ਕਵੀ ਪਹੁੰਚਿਆ, ਕਹਿਣ ਲੱਗਿਆ ਮਹਾਰਾਜ ਮੈਂ ਤੁਹਾਡੀ ਵਡਿਆਈ ਲਿਖਣੀ ਹੈ ਅਤੇ ਤੁਹਾਡੇ ਸਰੀਰ ਦੇ ਵੱਲ ਵੇਖ ਕੇ, ਤੁਹਾਡੇ ਚਿਹਰੇ ਦੇ ਵੱਲ ਵੇਖ ਕੇ ਉਸ ਹਿਸਾਬ ਦੇ ਨਾਲ ਮੈਂ ਤੁਹਾਡੀ ਮਹਿਮਾ ਲਿਖਣੀ ਹੈ ਕਵਿਤਾ ਦੇ ਰੂਪ ਦੇ ਅੰਦਰ। ਅਤੇ ਕਵੀ ਨੇ ਕਲਮ ਚੱਕੀ, ਜਦੋਂ ਸਤਿਗੁਰਾਂ ਦੇ ਚਿਹਰੇ ਵੱਲ ਵੇਖਿਆ ਅਤੇ ਸਤਿਗੁਰਾਂ ਦਾ ਸਰੂਪ ਇੱਦਾਂ ਦਾ ਦਿਸੇ ਕਿ ਜਿਵੇਂ ਰਿਸ਼ੀ ਦਾ ਰੂਪ ਹੋਵੇ, ਬੰਦਗੀ ਕਰ ਰਹੇ ਹੈ,
ਸਿਮਰਨ ਕਰ ਰਹੇ ਹੈ ਰਿਸ਼ੀ ਦੇ ਰੂਪ ਦੇ ਅੰਦਰ। ਅਤੇ ਜਦੋਂ ਉਹ ਆਪਣੀ ਕਲਮ ਦੇ ਨਾਲ ਕੁਝ ਲਿਖਣ ਲੱਗਿਆ, ਫਿਰ ਨਿਗਾਹ ਤਾਂ ਗਈ ਅਤੇ ਫਿਰ ਕੀ ਵੇਖਦਾ ਕਿ ਸਤਿਗੁਰਾਂ ਦਾ ਸਰੂਪ ਇੱਦਾਂ ਦਾ ਦਿਸਦਾ ਹੈ ਕਿ ਕਲਮ ਫੜੀ ਹੋਈ ਹੈ ਅਤੇ ਆਪ ਲਿਖਾਰੀ ਬਣੇ ਹੋਏ ਆ, ਬਾਣੀ ਲਿਖ ਰਹੇ ਹੈ। ਉਹ ਫਿਰ ਰੁਕ ਗਿਆ। ਫਿਰ ਜਦੋਂ ਲਿਖਣ ਲੱਗਿਆ, ਫਿਰ ਨਿਗਾਹ ਤਾਂ ਗਈ, ਕੀ ਵੇਖਦਾ ਕਿ ਸਤਿਗੁਰਾਂ ਨੇ ਹੱਥ ਦੇ ਵਿੱਚ ਸ੍ਰੀ ਸਾਹਿਬ ਫੜੀ ਹੋਈ ਹੈ, ਜੰਗ ਯੁੱਧ ਕਰ ਰਹੇ। ਉਹ ਬੜਾ ਹੈਰਾਨ ਹੋਇਆ। ਉਹ ਵੇਖਿਆ ਕਰੇ, ਲਿਖਣਾ ਚਾਹਿਆ ਕਰੇ ਅਤੇ ਅੱਗੋਂ ਹੋਰ ਸਰੂਪ ਦਿਸੇ। ਅਖੀਰੀ ਹੱਥ ਜੋੜ ਕੇ ਖੜ੍ਹ ਗਿਆ, ਕਹਿਣ ਲੱਗਿਆ, ਮਹਾਰਾਜ ਕੁਝ ਨਹੀਂ ਲਿਖਿਆ ਜਾ ਸਕਦਾ। ਤੁਸੀਂ ਕਵੀਆਂ ਦੇ ਕਵੀ ਹੋ, ਦੇਗ ਤੇਗ ਦੇ ਧਨੀ ਹੋ, ਕੁਝ ਵੀ ਮੈਂ ਆਪਣੀ ਕਲਮ ਤੋਂ ਤੁਹਾਡੀ ਸਿਫਤ 'ਚ ਲਿਖ ਹੀ ਨਹੀਂ ਸਕਦਾ, ਅਤੇ ਤੁਸੀਂ ਕਿਰਪਾ ਕਰੋ ਅਤੇ ਲਿਖਿਆ ਜਾ ਸਕਦਾ। ਇਸ ਕਰਕੇ ਪੂਰੇ ਗੁਰੂ ਦੀ ਜਿਹੜੀ ਵਡਿਆਈ ਹੈ, ਸਤਿਗੁਰੂ ਜੀ ਕਹਿੰਦੇ ਉਹਦੀ ਕੀਮਤ ਕੋਈ ਕਹਿ ਨਹੀਂ ਸਕਦਾ, ਕੋਈ ਬਿਆਨ ਨਹੀਂ ਕਰ ਸਕਦਾ। ਪੂਰਾ ਗੁਰੂ ਜੋ ਹੈ ਉਹਦੀ ਵਡਿਆਈ ਨੂੰ ਆਪਾਂ ਕੀ ਲਿਖ ਸਕਦੇ ਹਾਂ, ਕੀ ਬਿਆਨ ਕਰ ਸਕਦੇ ਹਾਂ। ਪੂਰੇ ਗੁਰੂ ਦੇ ਜਸ ਨੂੰ ਕਰਕੇ, ਉਹਦੀ ਸਿਫਤ ਸਲਾਹ ਨੂੰ ਕਰਕੇ ਆਪਾਂ ਆਪਣਾ ਜੀਵਨ ਸਫਲ ਬਣਾ ਸਕਦੇ ਹਾਂ। ਪੂਰੇ ਗੁਰੂ ਦੇ ਦੱਸੇ ਉਪਦੇਸ਼ ਨੂੰ ਕਮਾ ਕੇ, ਪੂਰੇ ਗੁਰੂ ਦੇ ਦਿੱਤੇ ਹੋਏ ਸਿਧਾਂਤ ਨੂੰ ਆਪਣੇ ਜੀਵਨ 'ਚ ਧਾਰਨ ਕਰਕੇ ਆਪਾਂ ਆਪਣਾ ਜੀਵਨ ਸੁਖੀ ਬਣਾ ਸਕਦੇ ਹਾਂ। ਇੰਨਾ ਕੁਝ ਹੀ ਆਪਾਂ ਕਰ ਸਕਦੇ ਹਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪੂਰੇ ਗੁਰੂ ਦੀ ਵਡਿਆਈ ਨੂੰ, ਉਹਦੀ ਕੀਮਤ ਨੂੰ ਕਿਹਾ ਨਹੀਂ ਜਾ ਸਕਦਾ। ਹਉ ਕੁਰਬਾਨ ਜਾਈ ਤੇਰੇ ਨਾਵੈ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਤੇਰੇ ਨਾਮ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਜਿਵੇਂ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਬਚਨ ਕਰਦੇ ਹਨ, ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਹਉ ਸਦ ਕੁਰਬਾਨੈ ਜਾਓ। ਸਤਿਗੁਰੂ ਜੀ ਕਹਿੰਦੇ ਜਿਹੜੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਦੇ ਹੈ, ਉਹਨਾਂ ਤੋਂ ਅਸੀਂ ਸਦਾ ਹੀ ਬਲਿਹਾਰ ਅਤੇ ਕੁਰਬਾਨ ਜਾਂਦੇ ਹਾਂ। ਜਿਸਨੂੰ ਬਖਸ਼ ਲੈ ਹੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਬਖਸ਼ ਲੈਂਦਾ, ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਕਰ ਦਿੰਦਾ, ਉਹ ਪਰਮੇਸ਼ਰ ਵਾਹਿਗੁਰੂ ਤੇਰੇ ਜਸ ਨੂੰ ਗਾਉਂਦੇ ਹੈ। ਪਰਮਾਤਮਾ ਤੇਰੇ ਨਾਮ ਨੂੰ ਜਪਦੇ ਹੈ, ਤੇਰੀ ਸਿਫਤ ਸਲਾਹ ਦੀਆਂ ਬਾਤਾਂ ਪਾਉਂਦੇ ਹੈ। ਜਿਨ੍ਹਾਂ ਦੇ ਉੱਤੇ ਤੇਰੀ ਮਿਹਰ ਹੋ ਜਾਂਦੀ ਹੈ, ਜਿਨ੍ਹਾਂ ਦੇ ਉੱਤੇ ਤੇਰੀ ਰਹਿਮਤ ਹੋ ਜਾਂਦੀ ਹੈ, ਤੂੰ ਜਿਨ੍ਹਾਂ 'ਤੇ ਬਖਸ਼ਿਸ਼ ਕਰ ਦਿੰਦਾ ਹੈ, ਉਹ ਤੇਰੇ ਹੀ ਜਸ ਨੂੰ ਗਾਉਂਦੇ ਹੈ। ਉਹ ਹੋਰ ਕਿਸੇ ਪ੍ਰਕਾਰ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਹਨੂੰ ਛੱਡ ਦਿੰਦੇ ਹੈ, ਕੇਵਲ ਤੇਰੀ ਸਿਫਤ ਸਲਾਹ ਦੇ ਵਿੱਚ ਜੁੜ ਜਾਂਦੇ ਹਨ। ਰਹਾਉ ਤੂੰ ਭਾਰੋ ਸੁਆਮੀ ਮੇਰਾ, ਸੰਤਾਂ ਪਰਭਾਸਾ ਤੇਰਾ। ਸਤਿਗੁਰੂ ਜੀ ਉਚਾਰਨ ਕਰਦੇ ਹਨ, ਹੇ ਸਾਡੇ ਸੁਆਮੀ ਮਾਲਕ ਪਰਮੇਸ਼ਰ ਵਾਹਿਗੁਰੂ ਤੂੰ ਭਾਰੋ ਹੈ, ਤੂੰ ਬੜਾ ਗੌਰਵਤਾ ਵਾਲਾ ਹੈ। ਤੂੰ ਸਭ ਤਰ੍ਹਾਂ ਕਰਕੇ ਸਾਨੂੰ ਤਾਣ ਅਤੇ ਮਾਣ ਬਖਸ਼ਣ ਵਾਲਾ ਹੈ। ਤੂੰ ਸਾਡਾ ਮਾਲਕ ਹੈ, ਸੁਆਮੀ ਹੈ, ਸੰਤਾਂ ਪਰਭਾਸਾ ਤੇਰਾ। ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਸਾਧੂ ਸੰਤ ਹਨ, ਉਹਨਾਂ ਨੂੰ ਤੇਰਾ ਭਰੋਸਾ ਹੈ, ਤੇਰਾ ਆਸਰਾ ਹੈ ਕਿ ਸਾਡੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ, ਸਾਡੀ ਰੱਖਿਆ ਕਰਨ ਵਾਲਾ ਗੁਰੂ ਹੈ। ਇਹ ਭਰੋਸਾ ਰੱਬ ਦੇ ਪਿਆਰਿਆਂ ਨੂੰ ਹੁੰਦਾ। ਗੁਰੂ 'ਤੇ ਭਰੋਸਾ ਰੱਖ ਕੇ, ਪਰਮੇਸ਼ਰ 'ਤੇ ਭਰੋਸਾ ਰੱਖ ਕੇ ਰੱਬ ਦੇ ਪਿਆਰੇ ਜਿਹੜੇ ਆ ਸਾਰੇ ਕਾਰਜ ਕਰ ਦਿੰਦੇ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੰਤਾਂ ਭਗਤਾਂ ਨੂੰ ਪਰਮੇਸ਼ਰ ਵਾਹਿਗੁਰੂ ਤੇਰਾ ਹੀ ਆਸਰਾ ਹੈ। ਨਾਨਕ ਪ੍ਰਭ ਸਰਣਾਈ, ਮੁਖ ਨਿੰਦਕ ਕੈ ਛਾਈ। ਸਤਿਗੁਰੂ ਜੀ ਉਚਾਰਨ ਕਰਦੇ ਹਨ, ਹੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਤੇਰੀ ਅਸੀਂ ਸ਼ਰਨ ਦੇ ਵਿੱਚ ਹਾਂ। ਜਦੋਂ ਤੇਰੀ ਸ਼ਰਨ ਦੇ ਵਿੱਚ ਪੈ ਗਏ, ਫਿਰ ਜਿੰਨੇ ਕੋਈ ਨਿੰਦਿਆ ਕਰਨ ਵਾਲੇ ਲੋਕ ਹਨ, ਉਹਨਾਂ ਦਾ ਕੋਈ ਡਰ ਨਹੀਂ ਰਹਿੰਦਾ। ਮੁਖ ਨਿੰਦਕ ਕੈ ਛਾਈ, ਉਹ ਨਿੰਦਿਆ ਕਰਨ ਵਾਲਿਆਂ ਲੋਕਾਂ ਦੇ ਮੁੱਖ 'ਤੇ ਅਖੀਰ ਨੂੰ ਛਾਈ ਕਹੀਏ ਸਵਾਹ ਹੀ ਪੈਂਦੀ ਹੈ। ਨਿੰਦਕ ਦਾ ਜਿਹੜਾ ਜੀਵਨ ਹੈ, ਉਹ ਸਤਿਗੁਰੂ ਜੀ ਕਹਿੰਦੇ ਦੋਹਾਂ ਜਹਾਨਾਂ ਦੇ ਅੰਦਰ ਹੀ ਉਹ ਸਵਾਹ ਵਾਲਾ ਹੁੰਦਾ, ਸਵਾਹ ਹੀ ਪੈਂਦੀ ਹੈ, ਇੱਥੇ ਵੀ ਅਤੇ ਅੱਗੇ ਵੀ। ਇਸੇ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਬਚਨ ਆਉਂਦੇ ਹਨ,
कि अनहोंदा भार निंदक सिर धरै। ਜਿਹੜੇ ਕੋਈ ਨਿੰਦਿਆ ਕਰਨ ਵਾਲਾ ਲੋਕ ਹੈ, ਜੀਵ ਹੈ, ਉਹ ਅਣਹੋਇਆ ਹੀ ਭਾਰ ਆਪਣੇ ਸਿਰ 'ਤੇ ਚੱਕ ਲੈਂਦਾ। ਜਿਹੜੇ ਕੋਈ ਉਹਨੇ ਕਰਮ ਨਹੀਂ ਕੀਤੇ, ਉਹ ਧੱਕੇ ਨਾਲ ਹੀ ਆਪ ਲੈ ਲੈਂਦਾ ਕਿ ਮੈਂ ਇਹਨਾਂ ਨੂੰ ਭੋਗ ਲਊਂ, ਆਪੇ ਨਿੰਦਿਆ ਕਰ ਕਰਕੇ ਇਕੱਠੇ ਕਰੀ ਜਾਂਦਾ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬਚਨ ਕਿਹਾ ਸੀ ਨਾ, ਨਿੰਦਾ ਜਨ ਕੋ ਖਰੀ ਪਿਆਰੀ। ਕਹਿੰਦੇ ਭਗਤ ਕਬੀਰ ਸਾਹਿਬ ਦੀ ਕਿਸੇ ਨੇ ਨਿੰਦਿਆ ਕੀਤੀ ਕਿ ਭਗਤ ਕਬੀਰ 'ਤੇ ਐਵੇਂ ਪਖੰਡ ਕਰਦਾ ਹੈ, ਕਹਿੰਦਾ ਹੈ ਰੱਬ ਦੀਆਂ ਗੱਲਾਂ ਕਰਦਾ, ਇਹ ਤਾਂ ਨੀਵੀਂ ਜਾਤ ਦਾ ਹੈ, ਕਿਵੇਂ ਬੰਦਗੀ ਕਰ ਸਕਦਾ, ਇਹ ਰੱਬ ਦਾ ਨਾਮ ਕਿਵੇਂ ਲੈ ਸਕਦਾ। ਅਤੇ ਭਗਤ ਕਬੀਰ ਸਾਹਿਬ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ, ਕਹਿਣ ਲੱਗੇ ਵੀ ਠੀਕ ਹੈ, ਇਹ ਨਿੰਦਿਆ ਜਿਹੜੀ ਹੈ ਨਾ ਸਾਨੂੰ ਬੜੀ ਚੰਗੀ ਲੱਗਦੀ ਹੈ। ਨਿੰਦਕ ਡੂਬਾ ਹਮ ਉਤਰੇ ਪਾਰ, ਇਹ ਤਾਂ ਡੁੱਬ ਜਾਣੇ ਆ, ਕਹਿਣ ਲੱਗੇ ਅਸੀਂ ਪਾਰ ਹੋ ਜਾਣਾ। ਇਹ ਜਿਹੜੇ ਕੋਈ ਅਸੀਂ ਕੀਤੇ ਆ ਗੁਨਾਹ, ਇਹ ਲਈ ਜਾਂਦੇ ਆ। ਨਿੰਦਕ ਹਮਰੇ ਕੱਪੜੇ ਧੋਏ, ਜਿਵੇਂ ਕਿਸੇ ਦੇ ਕੱਪੜੇ ਧੋ ਦਈਏ, ਮੈਲ ਕੱਢ ਦਈਏ, ਅਤੇ ਉਹ ਕੱਪੜੇ ਤਾਂ ਉਹਦੇ ਹੀ ਹੈ। ਇਸੇ ਪ੍ਰਕਾਰ ਹੀ ਜਿਹੜੇ ਕੋਈ ਕਰਮ ਕੀਤੇ ਹੁੰਦੇ ਆ, ਉਹ ਮੈਲ ਲੈ ਲੈਂਦੇ ਆ ਅਤੇ ਉਹ ਉਜਲੇ ਹੋ ਜਾਂਦੇ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਛਾਈ। ਜਦੋਂ ਜੀਵ ਪ੍ਰਭੂ ਪਰਮੇਸ਼ਰ ਦੀ ਸ਼ਰਨ ਪੈ ਜਾਂਦਾ ਹੈ, ਫਿਰ ਸਭ ਤਰ੍ਹਾਂ ਕਰਕੇ ਉਹਦੀ ਰੱਖਿਆ ਹੁੰਦੀ ਹੈ। ਨਿੰਦਿਆ ਕਰਨ ਵਾਲੇ ਜੀਵਾਂ ਦੇ ਮੁੱਖ 'ਤੇ ਅਖੀਰ ਨੂੰ ਸਵਾਹ ਪੈਂਦੀ ਹੈ। ਉਹਨਾਂ ਦੀ ਲੋਕ ਅਤੇ ਪਰਲੋਕ ਦੇ ਅੰਦਰ ਕੋਈ ਵੀ ਇੱਜ਼ਤ ਨਹੀਂ ਹੁੰਦੀ। ਇਸ ਪ੍ਰਕਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਸੋਰਠ ਰਾਗ ਦੇ ਅੰਦਰ ਇਹ ਮਹਾਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਨੂੰ ਆਪਾਂ ਰਲ ਮਿਲ ਕੇ ਸਤਿਗੁਰਾਂ ਦੀ ਬਖਸ਼ੀ ਬੁੱਧ ਅਨੁਸਾਰ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਵਿਚਾਰਾਂ ਆਪਣੇ ਸਾਰਿਆਂ ਦੇ ਪੜ੍ਹਨ ਸੁਣਨ ਵਾਲਿਆਂ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਆਪਾਂ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਹੁਣ ਆਓ ਅਖੀਰ ਦੇ ਵਿੱਚ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ, ਉਸ ਤੋਂ ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਤੂੰ ਭਾਰੋ ਸੁਆਮੀ ਮੇਰਾ, ਸੰਤਾਂ ਪਰਵਾਸਾ ਤੇਰਾ, ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ,